ਭਖ ਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਮੋਹਾਲੀ ਤੋਂ ਸਤਦੀਸ਼ ਜੀ, ਕੈਲਗਰੀ ਤੋਂ ਅਜੀਤ ਜੀ, ਨਾਲ ਹੀ ਜਲੰਧਰ ਤੋਂ ਸਾਡੇ ਨਾਲ ਜੁੜ ਰਹੇ ਨੇ ਦਿਲਰਾਜ ਸਿੰਘ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਗੱਲਬਾਤ ਇੰਡੀਆ ਤੋਂ ਸ਼ੁਰੂ ਕਰਾਂਗੇ। ਜੇ ਮੈਂ ਪਿਛਲੇ ਇੱਕ ਵੀਕ ਤੇ ਨਿਗਾਹ ਮਾਰਾਂ ਤੇ ਸੁਪਰੀਮ ਕੋਰਟ ਵੱਲੋਂ ਕੁਝ ਇਤਿਹਾਸਿਕ ਫੈਸਲੇ ਆਏ ਨੇ, ਜਿਹਦੇ ਵਿੱਚ ਕੀ ਪਹਿਲੇ ਫੈਸਲੇ ਦੀ ਮੈਂ ਥੋੜੀ ਜਿਹੀ ਗੱਲ ਕਰਨ ਤੋਂ ਬਾਅਦ ਮੇਨ ਮੁੱਦੇ ਤੇ ਜਾਊਂਗਾ। ਪਹਿਲੇ ਫੈਸਲੇ ਵਿੱਚ ਜੇ ਕੋਈ ਬੇਟਾ ਜਾਂ ਬੇਟੀ ਆਪਣੇ ਮਾਤਾ ਪਿਤਾ ਦੇ ਘਰੇ ਰਹਿ ਰਹੇ ਨੇ ਤੇ ਉਹ ਆਪਣਾ ਉਸ ਘਰ ਵਿੱਚ ਹੱਕ ਸਿੱਧ ਨਹੀਂ ਕਰ ਸਕਦੇ ਜੇ ਮਾਤਾ ਪਿਤਾ ਨਹੀਂ ਚਾਹਣ। ਇੱਕ ਇਤਿਹਾਸਿਕ ਫੈਸਲਾ ਆਇਆ ਸੀ ਇੱਕ ਦੰਪਤੀ ਦੀ, ਇੱਕ ਬਜ਼ੁਰਗ ਦੰਪਤੀ ਦੀ ਕੰਪਲੇਂਟ ਤੇ, ਜਿਹਦੇ ਵਿੱਚ ਕਿ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਇੱਕ ਅਰਜੀ ਪਾਈ ਸੀ ਕਿਉਂਕਿ ਉਹਨਾਂ ਦਾ ਪੁੱਤਰ ਅਤੇ ਉਹਨਾਂ ਦੀ ਨੂੰਹ ਘਰ ਖਾਲੀ ਨਹੀਂ ਕਰ ਰਹੇ ਸੀ, ਜਦਕਿ ਬਜ਼ੁਰਗ ਦੰਪਤੀ ਨੂੰ ਬਾਰ-ਬਾਰ ਤੰਗ ਕੀਤਾ ਜਾ ਰਿਹਾ ਸੀ। ਇੱਕ ਇਤਿਹਾਸਿਕ ਫੈਸਲਾ ਆਇਆ ਸੀ। ਪਰ ਅੱਜ ਦੀ ਸਾਡੀ ਗੱਲਬਾਤ ਦਾ ਸਿਲਸਿਲਾ ਸਾਰਾ ਹੀ ਇੱਕ ਦੂਜੇ ਇਤਿਹਾਸਿਕ, ਮੈਂ ਜ਼ਰੂਰ ਕਹੂੰਗਾ ਇਤਿਹਾਸਿਕ ਫੈਸਲਾ ਆਇਆ ਵਾ, ਜੋ ਕਿ ਕੱਲ ਸੁਪਰੀਮ ਕੋਰਟ ਨੇ ਇੱਕ ਆਪਣੀ ਵਰਡਿਕਟ ਵਿੱਚ, ਸੁਣਵਾਈ ਵਿੱਚ ਕਿਹਾ ਵਾ ਕਿ ਹਰ ਇੰਡੀਆ ਦੇ ਵਿੱਚ ਹਰ ਪਿਕਚਰ, ਹਰ ਮੂਵੀ, ਜਦੋਂ ਤੁਸੀਂ ਮੂਵੀ ਦੇਖਣ ਜਾਂਦੇ, ਜਦੋਂ ਕੋਈ ਪਿਕਚਰ ਫਿਲਮ ਵੇਖਣ ਜਾਂਦੇ ਜੋ, ਉਹਦੇ ਚੱਲਣ ਤੋਂ ਪਹਿਲਾਂ ਹਰ ਥੀਏਟਰ ਵਿੱਚ ਰਾਸ਼ਟਰੀ ਗਾਨ, ਨੈਸ਼ਨਲ ਐਂਥਮ ਜਨ ਗਣ ਮਨ ਪਲੇ ਕੀਤਾ ਜਾਊਗਾ। 52 ਸੈਕਿੰਡ ਦਾ ਇਹ ਨੈਸ਼ਨਲ ਐਂਥਮ, ਜੋ ਕਿ ਰਵਿੰਦਰਨਾਥ ਟੈਗੋਰ ਨੇ 1911 ਦੇ ਵਿੱਚ ਲਿਖਿਆ ਸੀ, ਇਹ ਨੈਸ਼ਨਲ ਐਂਥਮ ਥੀਏਟਰ ਦੇ ਵਿੱਚ ਪਲੇ ਕੀਤਾ ਜਾਊਗਾ। ਤੇ ਨਾਲੇ ਜਦੋਂ ਨੈਸ਼ਨਲ ਐਂਥਮ ਪਲੇ ਕੀਤਾ ਜਾਊਗਾ ਉਹਦੇ ਦੌਰਾਨ ਹਰ ਬੰਦੇ ਨੂੰ, ਹਰ ਮੌਜੂਦ ਥੀਏਟਰ ਦੇ ਵਿੱਚ ਨਾਗਰਿਕ ਨੂੰ ਖੜੇ ਹੋਣਾ ਹੋਊਗਾ ਤੇ ਥੀਏਟਰ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੋਊਗੀ ਕਿ ਡੋਰ ਬੰਦ ਕਰ ਦਿੱਤੇ ਜਾਣ। ਨਾਲ ਹੀ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਜਿੰਨੇ ਚਿਰ ਨੈਸ਼ਨਲ ਐਂਥਮ ਚੱਲੇ ਉਨੇ ਚਿਰ ਥੀਏਟਰ ਤੇ ਫਲੈਗ, ਇੰਡੀਆ ਦਾ ਰਾਸ਼ਟਰੀ ਝੰਡਾ, ਨੈਸ਼ਨਲ ਫਲੈਗ ਜ਼ਰੂਰ ਲਹਿਰਾਉਂਦਾ ਦਿਖਾਇਆ ਜਾਵੇ। ਇੱਕ ਇਤਿਹਾਸਿਕ ਫੈਸਲਾ ਕੀਤਾ ਦੱਸਿਆ ਜਾ ਰਿਹਾ ਵਾ। ਲਗਭਗ ਵੱਡੀ ਮਾਤਰਾ ਵਿੱਚ ਪੋਲੀਟੀਕਲ ਲੀਡਰਾਂ ਨੇ ਇਹਦਾ ਸਵਾਗਤ ਕੀਤਾ ਵਾ। ਦੇਸ਼ ਭਗਤੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਵਾ। ਸਾਰਾ ਦਾ ਸਾਰਾ ਮੁੱਦਾ ਅੱਜ ਅਸੀਂ ਪਹਿਲੇ ਡਿਬੇਟ ਵਿੱਚ ਇਹਦੇ ਨੈਸ਼ਨਲ ਐਂਥਮ ਤੇ ਗੱਲ ਕਰਾਂਗੇ। ਮੈਂ ਜ਼ਿਆਦਾ ਗੱਲ ਨਹੀਂ ਕਰੂੰਗਾ ਕਿਉਂਕਿ ਦਿਲਰਾਜ ਸਿੰਘ ਜੀ, ਮੈਨੂੰ ਪਤਾ ਵਾ, ਆਪਣੀ ਦੇਸ਼ ਭਗਤੀ ਕਿਤੇ ਨਾ ਕਿਤੇ ਜ਼ਰੂਰ ਮਾਈਕ ਦੇ ਦੌਰਾਨ ਆਪਣੇ ਉਹ ਸ਼ਬਦ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਨੇ। ਦਿਲਰਾਜ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ ਕਿ ਜੋ ਸੁਪਰੀਮ ਕੋਰਟ ਦਾ ਫੈਸਲਾ ਆਇਆ ਵਾ, ਤੁਹਾਡੇ ਵਿਚਾਰ ਉਸ ਫੈਸਲੇ ਬਾਰੇ। बिल्कुल हंसू जी, ठीक फैसला है जो सुप्रीम कोर्ट ने इदा का किया कि जन गण मन या नेशनल दिलराज सिंह जी, थोड़ी आवाज घट आ रही है मैनू थोड़ी जी। हरप्रीत जी, बिल्कुल जो सुप्रीम कोर्ट की रूलिंग आई है, मैं आप उस रूलिंग का स्वागत करता हाँ। बहुत वधिया फैसला दिता है। हर मूवी तो पहले जो लोगों को अपना नैशनल एंथम सुनन से मिलता वा, लोग इकट्ठे होके ਉਹਦਾ ਸਤਿਕਾਰ ਕਰਦੇ ਹੈਗੇ ਆ, ਖੜੇ ਹੁੰਦੇ ਆ। ਇੱਥੇ ਜਲੰਧਰ ਵਿੱਚ ਵੀ ਕਈ ਥੀਏਟਰਾਂ ਵਿੱਚ ਮੂਵੀ ਤੋਂ ਪਹਿਲੇ ਚੱਲਦਾ, ਹਜੇ ਵੀ ਚੱਲਦਾ ਵਾ ਤੇ ਅੱਗੇ ਹੁਣ ਸਾਰੇ ਥੀਏਟਰਾਂ ਵਿੱਚ ਚੱਲੇਗਾ। ਇੱਕ ਦੇਸ਼ ਭਗਤੀ ਦੀ ਭਾਵਨਾ ਡੈਫੀਨੇਟਲੀ ਪੈਦਾ ਹੁੰਦੀ ਹੈ। ਨਾ ਵੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇ, ਨੈਸ਼ਨਲ ਐਂਥਮ ਵਿੱਚ ਇਕਜੁੱਟ ਹੋਣ ਦੀ ਭਾਵਨਾ ਜਿਹੜੀ ਪੈਦਾ ਹੁੰਦੀ ਹੈ, ਉਹ ਵੀ ਅੱਜ ਦੀ ਡੇਟ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਸੀਗੀ ਤੇ ਬਿਲਕੁਲ ਮੈਂ ਸਵਾਗਤ ਕਰਦਾ ਹਾਂ ਫੈਸਲੇ ਦਾ। ਥੈਂਕ ਯੂ ਦਿਲਰਾਜ ਸਿੰਘ ਜੀ। ਦੋ ਤਿੰਨ ਤੁਸੀਂ ਗੱਲਾਂ ਕੀਤੀਆਂ। ਇੱਕ ਤੇ ਨੈਸ਼ਨਲ ਐਂਥਮ ਦਾ ਪਲੇ ਕੀਤਾ ਜਾਣਾ ਮੂਵੀ ਤੋਂ ਪਹਿਲਾਂ ਬੜਾ ਵਧੀਆ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਬਹੁਤ ਜ਼ਰੂਰੀ ਸੀ। ਸਬਦੀਸ਼ ਜੀ, ਤੁਹਾਡੇ ਵਿਚਾਰ ਵੀ ਜਾਨਣਾ ਚਾਹੂੰਗਾ ਕਿ ਨੈਸ਼ਨਲ ਐਂਥਮ ਥੀਏਟਰ 'ਚ ਮੂਵੀ ਤੋਂ ਪਹਿਲਾਂ ਪਲੇ ਕੀਤਾ ਜਾ ਰਿਹਾ, ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਜੋ ਕਿ ਜੇ ਕ੍ਰਿਕਟ ਦੀ ਗੇਮ ਹੁੰਦੀ ਹੈ ਉਸ ਤੋਂ ਪਹਿਲਾਂ ਵੀ ਨੈਸ਼ਨਲ ਐਂਥਮ ਪਲੇ ਕੀਤਾ ਜਾਣਾ ਚਾਹੀਦਾ, ਜਦੋਂ ਹਾਕੀ ਦੀ ਗੇਮ ਹੁੰਦੀ ਆ ਉਸ ਤੋਂ ਪਹਿਲਾਂ ਵੀ ਨੈਸ਼ਨਲ ਐਂਥਮ ਪਲੇ ਕੀਤਾ ਜਾਣਾ ਚਾਹੀਦਾ, ਜਾਂ ਫਿਰ ਸਵੇਰੇ ਜਦੋਂ ਸਰਕਾਰੀ ਆਫ ਚਾਂਸ ਬੈਂਕਾਂ ਵਿੱਚ ਕਰਮਚਾਰੀ ਕੰਮ ਸ਼ੁਰੂ ਕਰਦੇ ਆ ਉਦੋਂ ਵੀ ਨੈਸ਼ਨਲ ਐਂਥਮ ਪਲੇ ਕੀਤਾ ਜਾਣਾ ਚਾਹੀਦਾ, ਜਾਂ ਫਿਰ ਸਿਰਫ ਨੈਸ਼ਨਲ ਐਂਥਮ ਨੂੰ ਮੂਵੀ ਤੋਂ ਪਹਿਲਾਂ ਪਲੇ ਕਰਕੇ ਹੀ ਦੇਸ਼ ਭਗਤੀ ਦੀ ਭਾਵਨਾ ਉਜਾਗਰ ਹੁੰਦੀ ਆ? ਹਰਪ੍ਰੀਤ ਜੀ, ਸੁਪਰੀਮ ਕੋਰਟ ਦਾ ਫੈਸਲਾ ਕਿਉਂਕਿ ਸਿਨੇਮਾ ਘਰਾਂ ਦੀ ਮੂਵੀ ਤੋਂ ਪਹਿਲਾਂ ਤੱਕ ਸੀਮਿਤ ਆ, ਬਾਕੀਆਂ ਥਾਵਾਂ ਦੇ ਉੱਤੇ ਕੱਲ੍ਹ ਨੂੰ ਹੋ ਸਕਦਾ ਇਹ ਫੈਸਲਾ ਆ ਜਾਵੇ ਜਾਂ ਕੁਝ ਲੋਕ ਪ੍ਰੈਕਟੀਕਲੀ ਇਹਨੂੰ ਲਾਗੂ ਕਰ ਦੇਣ। ਪਰ ਸਾਡੇ ਸਾਹਮਣੇ ਸਵਾਲ ਇਹ ਹੈ ਕਿ ਅਸੀਂ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਮਹਿਸੂਸ ਕਰੀਏ ਕਿ ਸੁਪਰੀਮ ਕੋਰਟ ਨੂੰ ਇਹ ਅਚਾਨਕ ਫੈਸਲਾ ਕਿਉਂ ਲੈਣਾ ਪੈ ਗਿਆ। ਇਸ ਗੀਤ ਨੂੰ ਕਿਸੇ ਵੇਲੇ
ਪਹਿਲੀ ਵਾਰ 1911 ਦੇ ਵਿੱਚ, ਦਸੰਬਰ 1911 ਦੇ ਵਿੱਚ ਕਾਂਗਰਸ ਦੇ ਸਮਾਗਮ ਦੇ ਵਿੱਚ ਪੜ੍ਹਿਆ ਗਿਆ ਸੀ। ਉਦੋਂ ਇਹਨੂੰ ਸੰਗੀਤਬੱਧ ਨਹੀਂ ਸੀ ਕੀਤਾ ਗਿਆ ਤੇ ਇਹਦੀ ਜਿਹੜੀ ਕੁੱਲ ਡਿਊਰੇਸ਼ਨ ਸੰਗੀਤਬੱਧ ਕਰਨ ਤੋਂ ਬਾਅਦ ਬਣਦੀ ਸੀ ਉਹ 4.5 ਮਿੰਟ ਦੀ ਸੀ। ਉਸ ਤੋਂ ਬਾਅਦ ਦਸੰਬਰ 1911 ਦੇ ਵਿੱਚ ਹੀ ਇਹ ਜਾਰਜ ਪੰਚਮ ਦੀ ਆਮਦ ਉੱਤੇ ਸਵਾਗਤੀ ਗੀਤ ਵਜੋਂ ਗਾਇਆ ਗਿਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਇੱਕ ਭਾਵਨਾ ਪੈਦਾ ਹੋ ਗਈ ਕਿ ਸਾਡਾ ਰਾਸ਼ਟਰੀ ਗੀਤ ਬਿਲਕੁਲ ਜਾਰਜ ਪੰਚਮ ਦੇ ਸਵਾਗਤ ਵਿੱਚ ਗਾਇਆ ਗਿਆ ਸੀ ਔਰ ਉਹਨੂੰ ਹੀ ਮਹਾਨ ਕਹਿਣ ਦਾ ਯਤਨ ਕੀਤਾ ਗਿਆ ਸੀ। ਇਸ ਕਰਕੇ ਇਸ ਗੀਤ ਦੀ ਜਗ੍ਹਾ ਦੇ ਉੱਤੇ ਬੰਦੇ ਮਾਤਰਮ ਨੂੰ ਅਹਿਮ ਗੀਤ ਮੰਨਿਆ ਜਾਣਾ ਚਾਹੀਦਾ, ਜਿਹੜਾ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲਾ ਰਿਹਾ, ਜਿਹਦੇ ਚੋਂ ਇੱਕ ਨਾਰਾ ਵੀ ਨਿਕਲ ਕੇ ਆਇਆ ਬੰਦੇ ਮਾਤਰਮ, ਜਿਹੜਾ ਲਗਭਗ ਸਾਰੀਆਂ ਕ੍ਰਾਂਤੀਕਾਰੀ ਪਾਰਟੀਆਂ ਜਾਂ ਜਥੇਬੰਦੀਆਂ ਜਾਂ ਧਿਰਾਂ ਲਾਇਆ ਕਰਦੀਆਂ ਸਨ। ਉਹਨਾਂ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਸ਼ਹੀਦ ਭਗਤ ਸਿੰਘ ਉਹਨਾਂ ਦੀ HRA ਵੀ ਇਹੀ ਨਾਰਾ ਲਾਉਂਦੀ ਸੀ। ਅੰਤ ਦੇ ਵਿੱਚ ਜਾ ਕੇ ਜਦੋਂ ਉਹਦੇ ਵਿੱਚ ਸੋਸ਼ਲਿਸਟ ਰਿਪਬਲਿਕਨ ਆਰਮੀ ਸ਼ਬਦ ਜੁੜ ਗਿਆ ਤਾਂ ਉਹਨਾਂ ਨੇ ਵੰਦੇ ਮਾਤਰਮ ਦੀ ਜਗ੍ਹਾ ਦੇ ਉੱਤੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਚੂਜ਼ ਕਰ ਲਿਆ ਤੇ ਅਦਰਵਾਈਜ਼ ਬਹੁਤ ਸਾਰੇ ਲੋਕ ਇਹੀ ਨਾਰਾ ਲਾਉਂਦੇ ਸਨ। 1939 ਦੇ ਵਿੱਚ ਰਵਿੰਦਰਨਾਥ ਟੈਗੋਰ ਨੂੰ ਖੁਦ ਸਪਸ਼ਟੀਕਰਨ ਦੇਣਾ ਪਿਆ ਕਿ ਉਹਨਾਂ ਨੇ ਇਹ ਗੀਤ ਜਾਰਜ ਪੰਚਮ ਦੇ ਸਵਾਗਤ ਦੇ ਵਿੱਚ ਨਹੀਂ ਸੀ ਲਿਖਿਆ, ਉਹਨਾਂ ਨੇ ਇਹ ਗੀਤ ਦੇਸ਼ ਦੀ ਭਗਤੀ ਦੇ ਵਿੱਚ ਹੀ ਲਿਖਿਆ ਸੀ, ਦੇਸ਼ ਦੇ ਗੁਣਗਾਨ ਦੇ ਵਿੱਚ ਹੀ ਲਿਖਿਆ ਸੀ। ਤੇ 1950 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੋ ਗਿਆ 24 ਜਨਵਰੀ ਨੂੰ ਇਹ ਗੀਤ ਰਾਸ਼ਟਰੀ ਗੀਤ ਵਜੋਂ ਸਵੀਕਾਰ ਕਰ ਲਿਆ ਗਿਆ ਸੰਵਿਧਾਨ ਨੂੰ ਲਾਗੂ ਕਰਨ ਤੋਂ 2 ਦਿਨ ਪਹਿਲਾਂ। ਪਰ ਨਾਲ ਦੀ ਨਾਲ ਇੱਕ ਨਿਰਦੇਸ਼ ਦੀ ਤੌਰ ਦੇ ਉੱਤੇ ਜਾਂ ਇੱਕ ਭਾਵਨਾ ਦੇ ਤੌਰ ਦੇ ਉੱਤੇ ਇਹ ਵੀ ਕਿਹਾ ਗਿਆ ਕਿ ਵੰਦੇ ਮਾਤਰਮ ਨੂੰ ਵੀ ਬਰਾਬਰ ਦਾ ਸਨਮਾਨ ਦਿੱਤਾ ਜਾਣਾ ਚਾਹੀਦਾ। ਸ਼ਾਇਦ ਇਸੇ ਕਰਕੇ ਕੁਝ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਬਹੁਤੀਆਂ ਹਿੰਦੂਤਵ ਦੀਆਂ ਜਥੇਬੰਦੀਆਂ ਨੇ, ਉਹਨਾਂ ਦੇ ਅੰਦਰੋਂ ਕਦੇ-ਕਦੇ ਇਹ ਆਵਾਜ਼ ਉੱਠਦੀ ਰਹਿੰਦੀ ਹੈ ਕਿ ਨੈਸ਼ਨਲ ਐਂਥਮ ਜਿਹੜਾ ਜਾਰਜ ਪੰਚਮ ਦੇ ਗੁਣਗਾਨ 'ਚ ਗਾਇਆ ਗਿਆ ਸੀ ਉਹਦੀ ਜਗ੍ਹਾ ਦੇ ਉੱਤੇ ਵੰਦੇ ਮਾਤਰਮ ਨੂੰ ਰਾਸ਼ਟਰੀ ਗਾਨ ਐਲਾਨ ਕਰ ਦਿੱਤਾ ਜਾਵੇ। ਪਰ ਇਹ ਗੱਲ ਕਦੇ ਵੀ ਕਿਸੇ ਵੀ ਸਰਕਾਰ ਨੇ, ਚਾਹੇ BJP ਦੀਆਂ ਸਰਕਾਰਾਂ ਵੀ ਆਈਆਂ ਨੇ, ਅਟਲ ਬਿਹਾਰੀ ਵਾਜਪਾਈ ਹੋਰਾਂ ਦੀ, ਉਹਨਾਂ ਨੇ ਵੀ ਇਸ ਗੱਲ ਨੂੰ ਕਦੇ ਸਵੀਕਾਰ ਨਹੀਂ ਕੀਤਾ। ਹੁਣ ਜਿਹੜੀ ਅਸਲ ਗੱਲ ਸਾਡੇ ਸਮਝਣ ਲੈ ਕੇ ਆ ਉਹ ਇਹ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਗੀਤ ਨੂੰ ਸਿਨੇਮਾ ਘਰਾਂ ਦੇ ਵਿੱਚ ਚਲਾਇਆ ਜਾਂਦਾ ਸੀ। ਲੋਕ ਆਪਣੇ ਆਪ ਗੀਤ ਦੇ ਮਾਣ ਸਤਿਕਾਰ ਵਜੋਂ ਉੱਠ ਕੇ ਖੜੇ ਹੋ ਜਾਂਦੇ ਸਨ। ਬਦਲੇ ਹੋਏ ਹਾਲਾਤ ਦੇ ਵਿੱਚ ਲੋਕ ਜਦੋਂ ਗੀਤ ਸ਼ੁਰੂ ਹੁੰਦਾ ਸੀ ਫਿਲਮ ਦੇ ਅੰਤ ਦੇ ਵਿੱਚ ਤਾਂ ਉਦੋਂ ਉੱਠ ਕੇ ਜਾਂ ਤਾਂ ਗੇਟਾਂ ਤੋਂ ਬਾਹਰ ਚਲੇ ਜਾਂਦੇ ਸਨ ਜਾਂ ਉੱਠਦੇ ਹੀ ਨਹੀਂ ਸਨ ਜਾਂ ਆਪਣੀਆਂ ਗੱਲਾਂ ਕਰਨ ਲੱਗ ਜਾਂਦੇ ਸਨ, ਫਿਲਮ ਬਾਰੇ ਕਮੈਂਟ ਕਰਨ ਲੱਗ ਜਾਂਦੇ ਸਨ। ਹੌਲੀ ਹੌਲੀ ਸਿਨੇਮਾ ਘਰਾਂ ਦੇ ਵਿੱਚੋਂ ਇਸ ਗੀਤ ਨੂੰ ਚਲਾਉਣ ਦੀ ਜਿਹੜੀ ਰਵਾਇਤ ਸੀ ਉਸ ਨੂੰ ਵਾਪਸ ਲੈ ਲਿਆ ਗਿਆ। ਹੁਣ ਸੁਪਰੀਮ ਕੋਰਟ ਨੇ ਫੈਸਲਾ ਇਹ ਕੀਤਾ ਕਿ ਇਸ ਗੀਤ ਨੂੰ ਫਿਲਮ ਸ਼ੁਰੂ ਹੋਣ ਤੋਂ ਐਨ ਪਹਿਲਾਂ ਸ਼ੁਰੂ ਕੀਤਾ ਜਾਵੇ। ਹੁਣ ਮੈਨੂੰ ਇਹ ਨਹੀਂ ਗੱਲ ਹਾਲੇ ਤੱਕ ਕਲੀਅਰ ਕਿ ਐਡਾਂ ਸਾਰੀਆਂ ਚਲਾਏ ਜਾਣ ਤੋਂ ਬਾਅਦ ਫਿਲਮ ਤੋਂ ਐਨ ਪਹਿਲਾਂ ਸ਼ੁਰੂ ਕੀਤਾ ਜਾਏਗਾ ਕਿ ਐਡਾਂ ਚਲਾਉਣ ਤੋਂ ਵੀ ਪਹਿਲਾਂ ਕੀਤਾ ਜਾਏਗਾ। ਇਹ ਗੱਲ ਸ਼ਾਇਦ ਹਾਲੇ ਬਹੁਤ ਹੀ ਪੂਰੀ ਤਰ੍ਹਾਂ ਤੈਅ ਨਹੀਂ, ਜਾਂ ਘੱਟੋ ਘੱਟ ਮੈਂ ਪੂਰੀ ਤਰ੍ਹਾਂ ਫੈਸਲੇ ਨੂੰ ਪੜ੍ਹ ਨਹੀਂ ਸਕਿਆ। ਮੇਰੇ ਸਾਹਮਣੇ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਸਾਡੇ ਦੇਸ਼ ਦਾ ਰਾਸ਼ਟਰੀ ਗਾਨ ਸਿਨੇਮਾ ਘਰ ਦੇ ਵਿੱਚ ਚੱਲ ਰਿਹਾ ਹੋਵੇ, ਸਕਰੀਨ ਦੇ ਉੱਤੇ ਤਿਰੰਗਾ ਝੰਡਾ ਜਿਹੜਾ ਦੇਸ਼ ਦਾ ਝੰਡਾ ਹੈ ਉਹ ਝੁੱਲ ਰਿਹਾ ਹੋਵੇ ਤੇ ਇਹਦੇ ਬਾਵਜੂਦ ਲੋਕਾਂ ਦੇ ਮਨਾਂ ਅੰਦਰ ਜੇ ਦੇਸ਼ ਭਗਤੀ ਨਾ ਜਾਗੇ ਤਾਂ ਸੁਪਰੀਮ ਕੋਰਟ ਨੂੰ ਇਹ ਹਦਾਇਤ ਕਰਨੀ ਪਵੇ, ਫੈਸਲਾ ਦੇਣਾ ਪਵੇ ਕਿ ਲੋਕਾਂ ਅੰਦਰ ਦੇਸ਼ ਭਗਤੀ ਜਗਾਏ ਜਾਣ ਲਈ ਇਹਦੀ ਇੱਕ ਜ਼ਰੂਰਤ ਹੈ। ਤਾਂ ਸਾਨੂੰ ਸਭ ਤੋਂ ਪਹਿਲਾਂ ਇਹੀ ਸੋਚਣਾ ਪਏਗਾ ਕਿ ਕੀ ਕਾਰਨ ਨੇ ਕਿ ਸਾਡੇ ਦੇਸ਼ ਦੇ ਲੋਕਾਂ ਅੰਦਰੋਂ ਦੇਸ਼ ਭਗਤੀ ਦੀ ਉਹ ਭਾਵਨਾ ਜਿਹੜੀ ਸੁਤੰਤਰਤਾ ਸੰਗਰਾਮ ਨੇ ਪੈਦਾ ਕੀਤੀ ਸੀ ਉਹ ਕਿਉਂ ਹੌਲੀ ਹੌਲੀ ਉਹਨਾਂ ਦੇ ਅੰਦਰੋਂ ਵਿਦਾ ਹੋ ਗਈ ਆ, ਕਿਉਂ ਉਹਨਾਂ ਦੇ ਅੰਦਰੋਂ ਜਾਗਦੀ ਨਹੀਂ ਰਹਿ ਸਕੀ। ਕੀ ਇਹਦੇ ਲਈ ਸਾਡੇ ਦੇਸ਼ ਦੀਆਂ ਹਕੂਮਤਾਂ ਜ਼ਿੰਮੇਵਾਰ ਨੇ ਕਿ ਸਾਡੇ ਦੇਸ਼ ਦੇ ਵਿੱਚ ਅਪਣਾਇਆ ਗਿਆ ਪੂੰਜੀਵਾਦੀ ਢਾਂਚਾ ਜ਼ਿੰਮੇਵਾਰ ਹੈ, ਜਿਹੜੇ ਢਾਂਚੇ ਦੇ ਵਿੱਚ ਲੋਕਾਂ ਦੇ ਅੰਦਰੋਂ ਦੇਸ਼ ਪ੍ਰਤੀ ਪਿਆਰ ਖਤਮ ਹੋ ਗਿਆ ਤੇ ਉਹਨਾਂ ਅੰਦਰੋਂ ਇਹ ਭਾਵਨਾ ਖਤਮ ਹੋ ਗਈ ਕਿ ਉਹਨਾਂ ਨੇ ਰਾਸ਼ਟਰੀ ਝੰਡੇ ਦਾ ਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ। ਇਹਦੇ ਬਾਰੇ ਜ਼ਰੂਰ ਸਾਨੂੰ ਸੋਚਣਾ ਪਏਗਾ ਕਿ ਕਿਹਨਾਂ ਕਾਰਨਾਂ ਕਰਕੇ ਇਹ ਸਨਮਾਨ ਘਟ ਗਿਆ ਸੀ। ਤੇ ਹੁਣ ਜਦੋਂ ਸੁਪਰੀਮ ਕੋਰਟ ਨੇ ਇਸ ਨੂੰ ਲਾਗੂ ਕਰਨ ਦਾ ਹੁਕਮ ਦੇ ਦਿੱਤਾ 10 ਦਿਨਾਂ ਦੇ ਵਿੱਚ ਇਹ ਸਾਰੇ ਦੇਸ਼ ਦੇ ਥੀਏਟਰਾਂ ਦੇ ਵਿੱਚ ਲਾਗੂ ਹੋਣਾ, ਉਹਦੇ 'ਚ ਇਹ ਗੱਲ ਸ਼ਾਮਲ ਹੈ ਕਿ ਸਿਰਫ ਝੰਡਾ ਹੀ ਝੁਲਦਾ ਨਜ਼ਰ ਆਏਗਾ,
ਹੋਰ ਕਿਸੇ ਕਿਸਮ ਦੇ ਫਿਲਮਾਂਕਣ ਨੂੰ ਨਹੀਂ ਵਿਖਾਇਆ ਜਾਏਗਾ। ਇਹ ਗੱਲ ਜਦੋਂ ਹੋਏਗੀ ਉਹਦੇ ਨਾਲ ਸੱਚਮੁੱਚ ਦੇਸ਼ ਭਗਤੀ ਜਾਗ ਉੱਠੇਗੀ ਜਾਂ ਨਹੀਂ, ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ। ਮੈਨੂੰ ਨਹੀਂ ਲੱਗਦਾ ਕਿ ਸਿਰਫ ਗੀਤ ਵੱਜਣ ਨਾਲ ਦੇਸ਼ ਭਗਤੀ ਜਾਗ ਉੱਠਦੀ ਹੈ। ਹਾਂ, ਗੀਤ ਨਾਲ ਜਾਗਣੀ ਜ਼ਰੂਰ ਚਾਹੀਦੀ ਹੈ, ਇਸ ਗੱਲ ਨਾਲ ਮੈਂ ਐਗਰੀ ਕਰਦਾ। ਜੇ ਥੋੜੀ ਜੀ ਮੈਂ वंदे मातरम ते सारे जहां से अच्छा हिंदुस्तान हमारा, दो होर गीत ने जिन्होंने कि नैशनल एंथम या राष्ट्रीय गान का दर्जा देने के बारे सोचा गया सी, पर मुस्लिम वर्ग द्वारा वंदे मातरम का सीधे तरीके नाल विरोध कर दिता गया सी। किते ना किते मां दुर्गा की भावना इस गीत दे विच आउंदी आ। इहदे कारण इस वंदे मातरम नूं खास करके जे मुस्लिम लीग की गल करिए उन्हां वल्लों एक तिखा विरोध किया गया सी। सारे जहां से अच्छा हिंदुस्तान हमारा, जे इस गीत की गल करिए एक पाकिस्तान एक मुस्लिम राइटर द्वारा लिखा गया सी, जो कि पाकिस्तान बनाउण दे विच जिन्हां दा काफी सक्रिय रोल जिन्हां ने निभाया सी, उहदे कारण उस गीत नूं भी नैशनल एंथम या राष्ट्रीय गान का दर्जा नहीं मिलिया। 4 मिनट 52 सेकंड का यह गीत सी, जिन्हों की हुण 52 सेकंड का रह गया, जिन्हों की असीं हुण नैशनल एंथम या राष्ट्रीय गान के नाम नाल स्कूलों सवेरे गाउंदे आ। अगे गल वधाउण तो पहला मैं अजीत जी के विचार जरूर लेने चाहूंगा। अजीत जी, देखो हरप्रीत जी, असल गल जिहड़ी हैगी किसी गीत विच कोई बुराई नहीं। बुराई है लोगों के मनां दे विच, और वो लोगों के मनां दे विच बुराई साडी जिहड़ी सियासत जात और धर्म के आधार पे, जिहदे विच गरीबी अमीरी के आधार पे नहीं हैगी, सिर्फ जात और धर्म और वोट बैंक की राजनीति ने ये सारिया मुश्किलां खड़ियां कीतियां ने। जे आपां जनगण मन से कहिए, भावें वो जज पंचमे दे गाया गया सी, पर है तो उहदे विच थीम ते ये है ना कि जो भी तू साडे भारत भाग दा विधाता है, ओदी उस्तत है। हुण वो भाग दा विधाता जे हिंदू फलसफी के हिसाब दे नाल मन्निया जावे ते वो भगवान है, जे मुस्लिम फलसफी दे मन्निया जावे तां जिहड़ा हैगा वो अल्लाह है, या सिख धर्म उहनूं वाहिगुरू दे नाम नाल उचारदा है। ईसाई जिहड़े हैगे वो भी भगवान नूं मनदे ने, परमात्मा नूं। तो जे असीं ओनू मन के ओनू भारत विधाता मन के ओदा गुणगान करते हैं, इहदे च बुराई नहीं आउंदी। ना ही हिंदुस्तान हमारा दे विच कहण दे विच बुराई आ सकती है, क्योंकि हिंदुस्तान तां उदों भी हैगा सी जदों भारत पाकिस्तान नहीं सी बने, ते उदों जिहड़े एडे बड़े इल्मा इकबाल ने गाया सी, लिखण वेले उन्हां दे मन दे विच हिंदुस्तान पाकिस्तान या मुसलमान दा कोई वितकरा है नहीं सी। उन्होंने पूरे हिंदुस्तान के बारे सिफत की आ। जदों इन्हां भावनावां नूं अपनी सौड़े हितां वास्ते बदल दिता गया, हुण जे पिछे जे काफी ज्यादा भारत मां कहण दे उत्ते इतराज उठे सी, हुण जे मुसलमान फिलासफी के मामले विच कहंदे ने कि असीं अल्लाह नूं मनना है, असीं भारत माता नहीं कह सकते, पर अल्लाह का टोटल ब्रह्मंड पता नहीं लखां ब्रह्मंडा का मालक है। इस धरती के विचों असीं अपना अनाज खाने हैं, इस धरती से रहने हैं, वो सानू आसरा दिंदी है। जे असीं उहनूं नमस्कार करते हैं, उहदे विच अल्लाह की कोई बेअदबी नहीं हुंदी है। ये अल्लाह का खंडा ब्रह्मंडा लखां करोड़ां इहो जिहे गैलेक्सीज़ का मालक है, पर असीं अपनी धरती नूं प्रतीक मान के कि ये सानू आसरा दिंदी है, साडा जीवन का आधार है। पर उत्थे भी की है, असल गल उत्थों खड़ी हुंदी है कि असीं अपनियां धार्मिक वर्गां तो बाहर जाके सोचण नूं तैयार नहीं हुंदे हैगे। और फिर जे किसी नूं भारत मां या हिंदुस्तान हमारा चंगा नहीं लगता, वो भी खुलदली नाल नहीं कह सकदा हैगा कि तुहानूं नहीं चंगा लगदा, दसो तुहानूं की चंगा लगदा। वो ओहदे नाल वड्डा विरोध खड़ा करके अपनी एक जिहड़ी लोकां दीयां भावनां नूं दूजा पासा जिहड़ा हैगा या पार्टी आ वो तोड़ना चाहुंदी है। असल विवाद उत्थों खड़े हुंदे ने। जे साडी अप्रोच जिहड़ी हैगी मुल्क दी तरक्की वल या सह होंद वल सारे लोकां दी, ते थोड़ी जी इस तरह दी हो जावे कि असीं इन्हां वलगणां चों निकलना है, तां असीं इन्हां गल्लां दा हल सौखा कर सकदे हां कि बुराई इन्हां लफ्ज़ां विच नहीं हैगी, उहदे नालों बुराई जिहड़ी हैगी वड्डी जिहड़ी हैगी वो साडे लोकां दे मनां च आ वड़ गई है अपने सौड़े हित पालण वास्ते। रही गल सत्कार दी,
देखो सत्कार लोकां दे विच सत्कार दी भावना पैदा करके ਤਾਂ ਪੈਦਾ ਕੀਤਾ ਜਾ ਸਕਦਾ ਹੈ। ਭਾਵੇਂ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਕਿ ਇਹ ਚਲਾਇਆ ਜਾਣਾ ਚਾਹੀਦਾ, ਪਰ ਕੋਰਟ ਦੀਆਂ ਕਚਹਿਰੀਆਂ ਦੇ ਫੈਸਲਿਆਂ ਦੇ ਨਾਲ ਤੁਸੀਂ ਸਤਿਕਾਰ ਦੀ ਭਾਵਨਾ ਨਹੀਂ ਲੋਕਾਂ ਦੇ ਮਨ ਉਗਾ ਸਕਦੇ। ਉਹ ਕਿਤੇ ਨਾ ਕਿਤੇ ਜਿਹੜੀ ਹੈਗੀ ਮੁਲਕ ਦੇ ਸਿਪਾ ਸਲਾਰ ਬਣੇ ਹੋਏ, ਮੁਲਕ ਦੇ ਬਣੇ ਹੋਏ ਲੀਡਰਾਂ ਦੇ ਕਿਰਦਾਰ ਔਰ ਕਿਹੋ ਜਿਹੀ ਸਹਿ ਹੋਂਦ ਦੀ ਜਿਹੜੀ ਤੁਸੀਂ ਸਿੱਖਿਆ ਲੋਕਾਂ ਦੇ ਮਨਾਂ ਵਿੱਚ ਪਾ ਸਕਦੇ ਆ, ਉੱਥੋਂ ਪੈਦਾ ਹੋਏਗੀ। ਕਾਫੀ ਵਿਸਤਾਰ ਨਾਲ ਗੱਲ ਸ਼ਬਦੀਸ਼ ਜੀ ਨੇ ਕਰ ਦਿੱਤੀ ਹੈ ਕਿ ਲੋਕ ਕਿਹੜਾ ਬੈਠਾ ਹੋਊਗਾ, ਕਿਹੜਾ ਉੱਠਿਆ ਹੋਊਗਾ, ਜਾਂ ਲੋਕ ਵਾਕਿਆ ਹੀ ਸਤਿਕਾਰ ਦੇਣਗੇ ਜਾਂ ਉਹਨਾਂ ਨੂੰ ਕਾਹਲੀ ਹੋਏਗੀ ਕਿ ਕਦੋਂ ਪਿਕਚਰ ਸ਼ੁਰੂ ਹੁੰਦੀ ਹੈ। ਅੱਧੇ ਲੋਕ ਐਂਟਰ ਕਰ ਰਹੇ ਨੇ, ਅੱਧੇ ਲੋਕ ਜੇ ਬੈਠ ਰਹੇ ਨੇ, ਉਧਰੋਂ ਤਿਰੰਗਾ ਝੰਡਾ ਚੱਲ ਰਿਹਾ ਹੈ। ਏਡੀ ਭਾਵਨਾ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਗੱਲਾਂ ਦੇ ਨਾਲ ਉਹਦੇ ਵਿੱਚ ਲੋਕਾਂ ਦੇ ਮਨਾਂ 'ਚ ਭਰੀ ਜਾ ਸਕਦੀ ਹੈ। ਅਸਲ ਗੱਲ ਹੈਗੀ ਇੱਕ ਮਾਹੌਲ ਲੋਕਾਂ ਦੇ ਵਿੱਚ ਪੈਦਾ ਕਰਨ ਦੀ ਔਰ ਸਤਿਕਾਰ ਪੈਦਾ ਕਰਨ ਦੀ। ਜਦੋਂ ਤੱਕ ਉਹ ਨਹੀਂ ਕੀਤਾ ਜਾਂਦਾ, ਕੋਰਟ ਦੇ ਫੈਸਲਿਆਂ ਨਾਲ ਗੱਲ ਲਾਗੂ ਤਾਂ ਕੀਤੀ ਜਾ ਸਕਦੀ ਹੈ ਸਕਰੀਨ ਦੇ ਉੱਤੇ, ਪਰ ਲੋਕਾਂ ਦੇ ਮਨਾਂ 'ਚ ਨਹੀਂ ਲਾਗੂ ਕੀਤੀ ਜਾ ਸਕਦੀ। ਇਹ ਵੀ ਅਟਲ ਸੱਚਾਈ ਹੈ। ਜੇ ਮੈਂ ਸੁਪਰੀਮ ਕੋਰਟ ਦੇ ਇਸ ਫੈਸਲੇ ਬਾਰੇ ਤੇ ਇੰਡੀਅਨ ਕਨਸਟੀਟਿਊਸ਼ਨ ਉੱਤੇ ਜ਼ਰੂਰ ਗੱਲ ਕਰਨੀ ਚਾਹੂੰਗਾ। ਪਹਿਲਾਂ 1986 ਦਾ ਇੱਕ ਫੈਸਲਾ ਉੱਤੇ ਜ਼ਰੂਰ ਨਿਗਾਹ ਮਾਰਨੇ ਚਾਹਾਂਗੇ। ਏਦਾਂ ਦਾ ਹੀ ਕੁਝ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ 1986 ਦੇ ਵਿੱਚ ਆਇਆ ਸੀ, ਜਦੋਂ ਕੇਰਲਾ ਦੇ ਇੱਕ ਸ਼ਹਿਰ ਵਿੱਚ ਤਿੰਨ ਬੱਚੇ ਜੋ ਕਿ ਸਕੂਲ ਜਾਂਦੇ ਸੀ, ਨੈਸ਼ਨਲ ਐਂਥਮ ਜਦੋਂ ਗਾਇਆ ਜਾਂਦਾ ਸੀ ਉਦੋਂ ਖੜੇ ਹੁੰਦੇ ਸੀ ਪਰ ਨਾਲ ਗਾਉਂਦੇ ਨਹੀਂ ਸੀ, ਜਾਂ ਫਿਰ ਤੁਸੀਂ ਕਹਿ ਸਕਦੇ ਜੋ ਬੋਲਦੇ ਨਹੀਂ ਸੀ। ਕਾਫੀ ਚਿਰ ਤੱਕ ਇਹ ਸਿਲਸਿਲਾ ਏਦਾਂ ਹੀ ਚੱਲਦਾ ਰਿਹਾ। ਖਬਰਾਂ ਦੇ ਮੁਤਾਬਿਕ ਤੇ ਇਹਨਾਂ ਚੋਂ ਇੱਕ ਬੱਚੇ ਦੀ ਸਿਸਟਰ ਨੇ ਵੀ ਐਗਜ਼ੈਕਟਲੀ ਇਦਾਂ ਹੀ ਬਿਹੇਵੀਅਰ ਕੀਤਾ ਸੀ, ਸਕੂਲ ਚੋਂ ਪਾਸ ਆਊਟ ਵੀ ਹੋ ਗਈ ਕਿ ਇਹਨੂੰ ਪ੍ਰੋਬਲਮ ਨਹੀਂ ਸੀ। ਬਟ 1985 ਦੇ ਵਿੱਚ ਇੱਕ ਐਮਐਲਏ ਸਾਹਿਬ ਸਕੂਲ ਦੇ ਵਿੱਚ ਜਾਂਦੇ ਆ, ਉਹ ਤਿੰਨ ਬੱਚਿਆਂ ਨੂੰ ਜਦੋਂ ਰਾਸ਼ਟਰੀ ਗਾਨ ਚੱਲਦਾ ਖੜੇ ਹੋਏ ਦੇਖਦੇ ਨੇ ਪਰ ਬੋਲਦੇ ਨਹੀਂ ਹੈ ਤੇ ਟੀਚਰ ਕੋਲੋਂ ਸਵਾਲ ਕਰਦੇ ਆ। ਟੀਚਰਾਂ ਨੇ ਜਦੋਂ ਐਮਐਲਏ ਸਾਹਿਬ ਨੂੰ ਦੱਸਿਆ ਕਿ ਕਿਤੇ ਨਾ ਕਿਤੇ ਇਹ ਬੱਚਿਆਂ ਦੇ ਕਹਿਣਾ ਹੈ ਕਿ ਸਾਡਾ ਧਰਮ ਰਾਸ਼ਟਰੀ ਗਾਨ ਗਾਣ ਦੀ ਇਜਾਜ਼ਤ ਨਹੀਂ ਦਿੰਦਾ ਤੇ ਅਸੀਂ ਖੜੇ ਹੁੰਦੇ ਆ ਰਾਸ਼ਟਰੀ ਗਾਨ ਦੇ ਨੂੰ ਆਦਰ ਦੇਣ ਵਾਸਤੇ, ਪਰ ਅਸੀਂ ਉਹਨੂੰ ਗਾਉਣਾ ਨਹੀਂ ਚਾਹੁੰਦੇ ਕਿਉਂਕਿ ਸਾਡਾ ਧਰਮ ਇਹਦਾ ਆਦਰ ਸਾਨੂੰ ਇਹਦਾ ਤੁਸੀਂ ਕਹਿ ਸਕਦੇ ਹੋ ਸਾਨੂੰ ਸਾਡਾ ਧਰਮ ਇਹਦੀ ਇਜਾਜ਼ਤ ਨਹੀਂ ਦਿੰਦਾ। ਉਸ ਤੋਂ ਬਾਅਦ ਇਹ ਮਾਮਲਾ ਐਮਐਲਏ ਸਾਹਿਬ ਅਸੈਂਬਲੀ ਵਿੱਚ ਉਠਾਉਂਦੇ ਨੇ। ਅਸੈਂਬਲੀ ਵਿੱਚ ਇੱਕ ਕਮੇਟੀ ਬਿਠਾਈ ਜਾਂਦੀ ਆ ਤੇ ਕਮੇਟੀ ਇਹ ਫੈਸਲਾ ਕਰਦੀ ਆ ਕਿ ਬੱਚੇ ਜੇ ਨਹੀਂ ਗਾਉਂਦੇ ਇਹਦੇ ਨਾਲ ਨੈਸ਼ਨਲ ਰਾਸ਼ਟਰੀ ਗਾਨ ਦਾ, ਨੈਸ਼ਨਲ ਐਂਥਮ ਦਾ ਤਿਰਸਕਾਰ ਨਹੀਂ ਹੁੰਦਾ ਵਾ। ਉਸ ਤੋਂ ਬਾਵਜੂਦ ਵੀ ਸਕੂਲ ਤੋਂ ਤਿੰਨਾਂ ਬੱਚਿਆਂ ਨੂੰ ਕੱਢ ਦਿੱਤਾ ਜਾਂਦਾ ਵਾ। ਮਾਮਲਾ ਹਾਈ ਕੋਰਟ ਜਾਂਦਾ ਵਾ। ਹਾਈ ਕੋਰਟ ਵਿੱਚੋਂ ਵੀ ਇਹਨਾਂ ਬੱਚਿਆਂ ਨੂੰ ਇਨਸਾਫ ਨਹੀਂ ਮਿਲਦਾ। ਪਹਿਲਾਂ ਇੱਕ ਜੱਜ, ਇੱਕ ਬੈਂਚ, ਉਸ ਤੋਂ ਬਾਅਦ ਦੋ ਜੱਜਾਂ ਦੇ ਬੈਂਚ ਵੀ ਇੱਥੇ ਹਾਈ ਕੋਰਟ ਫੈਸਲਾ ਦਿੰਦੇ ਆ ਪਰ ਬੱਚਿਆਂ ਨੂੰ ਇਨਸਾਫ ਨਹੀਂ ਮਿਲਦਾ। ਫਾਈਨਲੀ 1986 ਦੇ ਵਿੱਚ ਇਹ ਮੈਟਰ ਸੁਪਰੀਮ ਕੋਰਟ ਜਾਂਦਾ ਵਾ, ਜਿੱਥੋਂ ਕਿ ਸੁਪਰੀਮ ਕੋਰਟ ਦਾ ਇੱਕ ਇਤਿਹਾਸਿਕ ਫੈਸਲਾ ਆਉਂਦਾ ਵਾ ਤੇ ਸੁਪਰੀਮ ਕੋਰਟ ਦਾ ਇਹ ਕਹਿਣਾ ਸੀ ਕਿ ਜੇ ਇੰਡੀਅਨ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਹਰ ਬੰਦੇ ਨੂੰ ਆਪਣਾ ਧਰਮ ਪਾਲਣ ਕਰਨ ਦੀ ਇਜਾਜ਼ਤ ਹੈ ਤੇ ਜੇ ਕਿ ਇਹਨੂੰ ਲੱਗਦਾ ਕਿ ਰਾਸ਼ਟਰੀ ਗਾਨ ਗਾਉਣਾ ਸਾਡਾ ਧਰਮ ਪਾਲਣ ਨਹੀਂ ਹੋਊਗਾ ਤੇ ਉਹਨਾਂ ਨੂੰ ਇਹਦਾ ਅਧਿਕਾਰ ਹੋਣਾ ਚਾਹੀਦਾ ਹੈ। ਨਾਲ ਹੀ ਸੁਪਰੀਮ ਕੋਰਟ ਨੇ ਆਰਟੀਕਲ 51 ਜੋ ਕਿ ਨੈਸ਼ਨਲ ਫਲੈਗ ਦੇ ਬਾਰੇ ਡਿਟੇਲ ਚ ਗੱਲ ਕਰਦਾ ਵਾ, ਉਹਦੇ ਉੱਤੇ ਵੀ ਧਿਆਨ ਮਾਰ ਕੇ ਆਖਿਆ ਕਿ ਜੇ ਉਹਦੇ ਕੁਝ ਆਰਟੀਕਲਸ ਨੂੰ ਵੀ ਧਿਆਨ ਚ ਰੱਖ ਕੇ ਆਪਣਾ ਫੈਸਲਾ ਦਿੱਤਾ ਕਿ ਇਸ ਆਰਟੀਕਲ ਦੇ ਮੁਤਾਬਿਕ ਜੇ ਨੈਸ਼ਨਲ ਐਂਥਮ ਕੋਈ ਨਹੀਂ ਗਾਉਂਦਾ ਵਾ ਜਾਂ ਜਦੋਂ ਨੈਸ਼ਨਲ ਐਂਥਮ ਗਾਇਆ ਜਾ ਰਿਹਾ ਕੋਈ ਖੜਾ ਨਹੀਂ ਹੁੰਦਾ ਵਾ ਤੇ ਉਹ ਨੈਸ਼ਨਲ ਐਂਥਮ ਉਹਨੂੰ ਅਸੀਂ ਦੇਸ਼ ਵਿਰੋਧੀ ਨਹੀਂ ਕਹਿ ਸਕਦੇ ਜਾਂ ਇਹ ਨਹੀਂ ਕਹਿ ਸਕਦੇ ਕਿ ਨੈਸ਼ਨਲ ਐਂਥਮ ਦਾ ਤਿਰਸਕਾਰ ਆ। ਨਾਲ ਹੀ ਜਦੋਂ ਨੈਸ਼ਨਲ ਐਂਥਮ ਗਾਇਆ ਜਾ ਰਿਹਾ ਹੋਵੇ, ਜੇ ਕੋਈ ਬਹਿਣਾ ਚਾਹਵੇ ਤੇ ਆਰਟੀਕਲ 51 ਦੇ ਹਿਸਾਬ ਨਾਲ ਬਹਿ ਵੀ ਸਕਦਾ ਵਾ। ਉਹਦੇ ਨਾਲ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਖੜਾ ਹੋ ਰਿਹਾ ਵਾ ਉਹ ਦੇਸ਼ ਭਗਤ ਆ ਤੇ ਜਿਹੜਾ ਬਹਿ ਰਿਹਾ ਵਾ ਉਹ ਦੇਸ਼ ਭਗਤ ਨਹੀਂ ਆ। ਪਰ 2016 ਦਾ ਇਹ ਫੈਸਲਾ 1986 ਦੇ ਫੈਸਲੇ ਤੋਂ ਟੋਟਲੀ ਅੱਡ ਆਇਆ ਵਾ। ਦੋਵੇਂ ਹੀ ਫੈਸਲਿਆਂ ਨੂੰ ਅੱਡ ਬਿਲਕੁਲ ਹੀ ਆਪੋਜ਼ਿਟ ਤਰੀਕੇ ਨਾਲ ਦੇਖਿਆ ਜਾ ਰਿਹਾ ਵਾ। ਦੋ ਅੱਡ ਫੈਸਲੇ ਲਗਭਗ 30 ਸਾਲ ਦੇ ਵਿੱਚ। ਇੱਥੇ ਜੇ ਕੋਈ ਮੇਰਾ ਸਾਥੀ ਟਿੱਪਣੀ ਕਰਨਾ ਚਾਹੇ।
ਹਰਪ੍ਰੀਤ ਜੀ ਫੈਸਲੇ ਤੋਂ ਇਹ ਪ੍ਰਤੀਕ ਹੁੰਦਾ ਕਿ ਜਿਹੜੇ ਉਹ ਜੱਜਾਂ ਦੀ ਬੈਂਚ ਸੀ ਉਹ ਤੇ ਹੁਣ ਦੇ ਜੱਜਾਂ ਦੀ ਬੈਂਚ ਦੇ ਵਿੱਚ ਕਿੰਨਾ ਸੋਚ ਦੇ ਵਿੱਚ ਫਰਕ ਆਇਆ ਵਾ। ਮੇਰੇ ਦੋਨੋਂ ਸਾਥੀ ਪੈਨਲਿਸਟਾਂ ਨੇ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ ਇਹ ਗਾਣਾ ਚਲਾਉਣ ਦੇ ਨਾਲ, ਕੋਈ ਦੇਸ਼ ਭਗਤੀ ਦੀ ਭਾਵਨਾ ਨਹੀਂ ਜਾਗਦੀ। ਮੈਂ ਵੀ ਐਗਰੀ ਹਾਂ ਕਿ ਬਿਲਕੁਲ ਨਹੀਂ ਜਾਗਦੀ, ਪਰ ਇੱਕ ਚੀਜ਼ ਸੋਚੀ ਜਾਵੇ ਕਿ ਹਰ ਮੂਵੀ ਤੋਂ ਪਹਿਲੇ ਇਹ ਚੀਜ਼ ਕਹੀ ਜਾਂਦੀ ਹੈਗੀ ਹੈ ਕਿ ਤੰਬਾਕੂ ਦਾ ਸੇਵਨ ਨਾ ਕਰੋ, ਉਹਦੇ ਨਾਲ ਕੈਂਸਰ ਹੁੰਦਾ ਵਾ। ਹਰ ਮੂਵੀ ਤੋਂ ਪਹਿਲੇ ਅਲਕੋਹਲ ਦਾ ਸੇਵਨ ਨਾ ਕਰੋ, ਉਹਦੇ ਨਾਲ ਕੈਂਸਰ ਹੁੰਦਾ ਵਾ। ਕੀ ਇਹ ਚਲਾਉਣ ਦੇ ਨਾਲ ਜਾਂ ਅੱਜ ਕੱਲ੍ਹ ਸਵੱਛ ਭਾਰਤ ਅਭਿਆਨ ਦੀ ਬੇਸ਼ੁਮਾਰ ਕੈਂਪੇਨਿੰਗ ਚੱਲਦੀ ਪਈ ਹੈਗੀ ਆ, ਅਮਿਤਾਭ ਬੱਚਨ ਸਾਹਿਬ ਤੇ ਹੋਰ ਵੱਡੇ ਵੱਡੇ ਲੋਕ ਅੰਬੈਸਡਰ ਬਣਾਏ ਗਏ ਆ। ਹਰ ਮੂਵੀ ਤੋਂ ਪਹਿਲੇ, ਹਰ ਟੀਵੀ ਦੀ ਕੋਈ ਨਾਟਕ ਆਣਾ ਉਹਦੇ ਤੋਂ ਪਹਿਲੇ ਇਹ ਚੀਜ਼ਾਂ ਕਹੀਆਂ ਜਾਂਦੀਆਂ। ਕਿ ਇਹਦੇ ਨਾਲ ਕਿੰਨਾ ਕੁ ਫਰਕ ਪੈ ਜਾਂਦਾ? ਜਿਹੜੇ ਲੋਕ ਤੰਬਾਕੂ ਦਾ ਸੇਵਨ ਕਰਦੇ ਆ ਕੀ ਉਹ ਛੱਡ ਦਿੰਦੇ ਆ? ਜਿਹੜੇ ਲੋਕ ਅਲਕੋਹਲ ਦਾ ਸੇਵਨ ਕਰਦੇ ਆ ਕੀ ਉਹ ਛੱਡ ਦਿੰਦੇ ਆ? ਮੈਜੋਰਟੀ ਨਹੀਂ ਛੱਡਦੀ ਹੋਊਗੀ। ਉਦਾਂ ਹੀ ਪਰ ਕੁਛ ਪਰਸੈਂਟ ਦੇ ਦਿਮਾਗ ਦੇ ਵਿੱਚ ਇਹ ਗੱਲ ਪੈਂਦੀ ਹੋਊਗੀ ਕਿ ਹਾਂ ਇਹ ਚੀਜ਼ ਮਾੜੀ ਹੈ, ਚਾਹੇ ਬੱਚਿਆਂ ਦੇ ਦਿਲਾਂ ਦੇ ਵਿੱਚ ਪੈਂਦੀ ਹੋਊਗੀ, ਚਾਹੇ ਹੋਰ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਪੈਂਦੀ ਹੋਊ, ਕੁਛ ਅੱਧਾ ਪਰਸੈਂਟ ਲੋਕਾਂ ਦੇ ਵੀ ਪੈਂਦੀ ਹੋਊਗੀ। ਸੇਮ ਉਸੇ ਦੇ ਨਾਲ ਹੀ ਜੇ ਆਪਾਂ ਨੈਸ਼ਨਲ ਐਂਥਮ ਨੂੰ ਲੈ ਕੇ ਚੱਲੀਏ, ਜੇ ਮੂਵੀ ਤੋਂ ਪਹਿਲੇ ਚੱਲੇਗਾ, ਤੁਸੀਂ ਖੇਡਾਂ ਦਾ ਨਾਮ ਲਿਆ, ਬਿਲਕੁਲ ਖੇਡਾਂ ਦੇ ਵਿੱਚ ਸਿਰਫ ਇੰਡੀਆ ਕਿਉਂ, ਮੈਂ ਕਹਾਂਗਾ ਪੂਰੀ ਦੁਨੀਆ ਦੀਆਂ ਟੀਮਾਂ ਜਦੋਂ ਵੀ ਕੋਈ ਮੈਚ ਲਾਉਂਦੀਆਂ ਉਸ ਤੋਂ ਪਹਿਲੇ ਨੈਸ਼ਨਲ ਐਂਥਮ ਚੱਲਦਾ ਵਾ। ਜੇ ਆਪਾਂ ਇਹ ਨੈਸ਼ਨਲ ਐਂਥਮ ਚਲਾ ਦਈਏ ਮੂਵੀ ਤੋਂ ਪਹਿਲੇ, ਫਰਕ ਕੀ ਪੈਂਦਾ? ਫਰਕ ਕਿੱਥੇ ਪਏਗਾ? ਜਿਹਦੇ ਤਾਂ ਮਨ ਦੇ ਵਿੱਚ ਇੱਕ ਭਾਵਨਾ ਜਾਗ ਜੂਗੀ ਉਹ ਪੋਜ਼ਿਟਿਵ ਹੈ, ਜਿਹਦੇ ਨਹੀਂ ਜਾਗੂਗੀ ਤਾਂ ਵੀ ਕੋਈ ਫਰਕ ਨਹੀਂ ਪਏਗਾ। ਨਾ ਚਲਾਉਣ ਦੇ ਨਾਲ ਜਿਹੜਾ 1% ਲੋਕਾਂ ਨੂੰ ਫਰਕ ਪਏਗਾ ਉਹ ਵੀ ਨਹੀਂ ਕੋਈ ਪੈਂਦਾ। ਇਸ ਕਰਕੇ ਚਲਾਉਣ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ। ਉਦੋਂ ਬੈਂਚ ਨੇ ਕੀ ਸੋਚਿਆ ਸੀਗਾ 1984 ਦੇ ਵਿੱਚ ਜਾਂ 3 ਦੇ ਵਿੱਚ, ਤੇ ਹੁਣ ਬੈਂਚ ਨੇ ਕਿਹੜੇ ਕਿਹੜੇ ਤੱਥ ਦੇਖ ਕੇ ਕਿੰਨੀ ਕੁ ਸੋਚ ਤਬਦੀਲੀ ਆਈ ਹੈ ਉਹ ਸੁਪਰੀਮ ਕੋਰਟ ਦੇ ਜੱਜਾਂ ਦੇ, ਕਿੰਨੀ ਉਹਨਾਂ ਨੇ ਇਹ ਚੀਜ਼ ਦੇਖੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਦੇਸ਼ ਨੂੰ ਲੈ ਕੇ ਜਾਂ ਨੈਸ਼ਨਲ ਐਂਥਮ ਨੂੰ ਲੈ ਕੇ ਜਾਂ ਇਕਜੁੱਟਤਾ ਨੂੰ ਲੈ ਕੇ ਕਿੰਨੀ ਕੁ ਫਰਕ ਆਈ ਹੈ। ਫੈਸਲੇ ਏਦਾਂ ਲਏ ਜਾਂਦੇ ਆ। 30 ਸਾਲ ਬਹੁਤ ਵੱਡਾ ਸਿਨੈਰੀਓ ਸੀਗਾ, ਬਹੁਤ ਵੱਡਾ ਗੈਪ ਆ ਗਿਆ ਉਹਦੇ ਵਿੱਚ, ਪੂਰਾ ਦਾ ਪੂਰਾ 2 ਜਨਰੇਸ਼ਨ ਦਾ ਗੈਪ ਆ ਗਿਆ। ਤੇ ਮੈਂ ਸਮਝਦਾ ਵਾਂ ਕਿ ਸੁਪਰੀਮ ਕੋਰਟ ਨੇ ਇੱਕ ਵਾਰ ਫੇਰ ਕਹਾਂਗਾ ਕਿ ਬਿਲਕੁਲ ਸਹੀ ਫੈਸਲਾ ਲਿਆ ਵਾ। ਉਹ ਲਾਗੂ ਜੇ ਹੁੰਦਾ ਵਾ, ਜੇ ਮੈਜੋਰਿਟੀ ਬੰਦਿਆਂ ਦੇ ਦਿਲਾਂ ਦੇ ਵਿੱਚ ਨਹੀਂ ਵੀ ਭਾਵਨਾ ਜਾਗਦੀ ਤਾਂ ਵੀ ਜੇ 1, 2, 4, 5% ਦੇ ਲੋਕਾਂ ਦੇ ਵੀ ਦਿਲਾਂ ਦੇ ਵਿੱਚ ਜੇ ਇੱਕ ਏਕਤਾ ਦੀ ਭਾਵਨਾ ਜਾਗ ਜਾਂਦੀ ਹੈ ਤੇ ਉਹ ਪੋਜ਼ਿਟਿਵ ਪੁਆਇੰਟ ਹੀ ਹੈ। Sabdeep ji, Article 51A Constitution to respect its national flag ਦਾ ਜੋ ਨੈਸ਼ਨਲ ਐਂਥਮ ਐਕਟ ਆ ਉਹਦੀ ਗੱਲ ਕਰੀਏ ਤਾਂ ਕਿਤੇ ਵੀ ਨਹੀਂ ਲਿਖਿਆ ਕਿ ਨੈਸ਼ਨਲ ਐਂਥਮ ਦੇ ਦੌਰਾਨ ਤੁਹਾਨੂੰ ਖੜਾ ਹੋਣਾ ਪਊਗਾ ਜਾਂ ਫਿਰ ਜੋ ਖੜੇ ਨਹੀਂ ਹੁੰਦੇ ਉਹ ਡਿਸਰਿਸਪੈਕਟ ਆ। 1986 ਦਾ ਫੈਸਲਾ ਲਗਭਗ ਆਰਟੀਕਲ 51A ਦਾ ਇਹਨੂੰ ਧਿਆਨ ਚ ਰੱਖ ਕੇ ਦਿੱਤਾ ਗਿਆ ਸੀ, ਤੇ ਪਰ ਜਿਹੜਾ ਹੁਣ ਫੈਸਲਾ ਆਇਆ ਵਾ ਇਹ ਕਿਤੇ ਨਾ ਕਿਤੇ ਆਰਟੀਕਲ 51A ਦੀ ਮੈਨੂੰ ਲੱਗਦਾ ਵਾ ਇਹਨੂੰ ਧਿਆਨ ਚ ਨਹੀਂ ਰੱਖਿਆ ਗਿਆ, ਜਾਂ ਫਿਰ ਜੱਜਾਂ ਨੇ ਜੋ ਫੈਸਲਾ ਲਿਆ ਵਾ ਇਹ ਆਪਣੀ ਇੱਕ ਤੁਸੀਂ ਜਿੱਦਾਂ ਦਿਲਰਾਜ ਜੀ ਕਹਿ ਰਹੇ ਜੋ ਬਦਲਦੀ ਹੋਈ ਸੋਚ ਜੋ ਆ ਉਹਦੇ ਆਧਾਰ ਤੇ ਲਿਆ ਵਾ, ਕਿਉਂਕਿ ਜੋ ਐਕਟ ਆ ਉਹਦੇ ਹਿਸਾਬ ਨਾਲ ਜੇ ਤੁਸੀਂ ਖੜੇ ਨਹੀਂ ਹੁੰਦੇ ਡਿਸਰਿਸਪੈਕਟ ਨਹੀਂ ਆ। ਹਰਪ੍ਰੀਤ ਜੀ ਇਹਦੇ ਚ ਜੇ ਲਾਗੂ ਹੁੰਦਾ ਵਾਲੀ ਗੱਲ ਤਾਂ ਲਗਭਗ ਖਤਮ ਹੈ, ਇਹ ਤਾਂ ਲਾਗੂ ਹੋਣ ਜਾ ਰਿਹਾ ਹੈ 10 ਦਿਨਾਂ ਦੇ ਵਿੱਚ, ਇਸ ਕਰਕੇ ਜੇ ਵਾਲਾ ਸਵਾਲ ਤਾਂ ਆਪਣੇ ਆਪ ਖਤਮ ਹੋ ਚੁੱਕਾ। ਦੂਸਰੀ ਗੱਲ ਜਿਹੜੀ ਹੈ ਕਿ ਸੰਵਿਧਾਨ ਦੇ ਵਿੱਚ ਮੁੱਢਲੇ ਰੂਪ ਚ ਖੜੇ ਹੋਣ ਦੀ ਸ਼ਰਤ ਬੇਸ਼ੱਕ ਨਹੀਂ ਲਿਖੀ ਗਈ, ਪਰ ਸਤਿਕਾਰ ਪੇਸ਼ ਕਰਨ ਦਾ ਤਰੀਕਾ ਖੜੇ ਹੋਣਾ ਤੇ ਨਾਲ ਸੂਰੂ ਗਾਣ ਦੀ ਤਰ੍ਹਾਂ ਇਹਦਾ ਗਾਣ ਕਰਨਾ ਹੀ ਸੀ। ਪਰ ਮੰਨ ਲਓ ਕੋਈ ਬੰਦਾ ਗਾਣ ਨਹੀਂ ਕਰ ਰਿਹਾ ਜਾਂ ਉਹਨੂੰ ਯਾਦ ਹੀ ਨਹੀਂ ਆ ਕਿ ਉਹ ਉਹਨੂੰ ਗਾਣ ਕਰ ਸਕੇ ਤਾਂ ਉਹ ਸਿਰਫ ਖੜਾ ਹੋ ਜਾਂਦਾ ਤਾਂ ਸਤਿਕਾਰ ਦੀ ਸ਼ਰਤ ਪੂਰੀ ਹੋ ਜਾਂਦੀ ਹੈ। ਪਰ ਜੇ ਸੁਪਰੀਮ ਕੋਰਟ ਦੇ ਹੋਣ ਵਾਲੇ ਫੈਸਲੇ ਨੂੰ ਅਸੀਂ ਸਵੀਕਾਰ ਕਰੀਏ, ਇਹਨੂੰ ਲਾਗੂ ਕਰੀਏ ਤਾਂ ਇਹਦਾ ਮਤਲਬ ਖੜੇ ਹੋਣ ਤੋਂ ਬਿਨਾਂ ਤੁਸੀਂ ਸਤਿਕਾਰ ਜਿਹੜਾ ਵਾ ਉਹ ਪ੍ਰਗਟ ਨਹੀਂ ਕਰ ਰਿਹਾ। ਜੇ ਕੋਈ ਨਹੀਂ ਖੜਾ ਹੋਏਗਾ ਤਾਂ ਉਹਦੇ ਬਾਰੇ ਇਹ ਮੰਨ ਲਿਆ ਜਾਏਗਾ ਕਿ ਉਹ ਸਤਿਕਾਰ ਪ੍ਰਗਟ ਨਹੀਂ ਕਰ ਰਿਹਾ, ਕਿਉਂਕਿ ਸੁਪਰੀਮ ਕੋਰਟ ਨੇ ਜਿਹੜੀ ਇੱਕ ਤਰ੍ਹਾਂ ਨਾਲ ਸੰਵਿਧਾਨ ਦੀ ਵਿਆਖਿਆ ਪੇਸ਼ ਕੀਤੀ ਹੈ ਇਸ ਫੈਸਲੇ ਦੇ ਵਿੱਚ, ਉਹਦੇ 'ਚ ਖੜਾ ਹੋਣਾ ਇੱਕ ਸ਼ਰਤ ਦੇ ਤੌਰ ਤੇ ਪੇਸ਼ ਕਰ ਦਿੱਤਾ ਗਿਆ। ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਕੁਝ ਚੀਜ਼ਾਂ ਵਾ ਗਲਤ ਅਸੀਂ ਇਤਿਹਾਸਕ ਤੌਰ ਤੇ ਉਹਨਾਂ ਨੂੰ ਨਾ ਪੇਸ਼ ਕਰੀਏ। ਜਨਗਣ ਮਨ ਦਾ ਵਿਰੋਧ ਸ਼ਾਇਦ ਕਿਸੇ ਨੇ ਕਦੇ ਨਹੀਂ ਕੀਤਾ, ਨਾ ਕਿਸੇ ਮੁਸਲਿਮ ਜਥੇਬੰਦੀ ਨੇ, ਨਾ ਕਿਸੇ ਦੂਸਰੇ ਨੇ।
वंदे मातरम ਦੇ ਉੱਤੇ ਮੁਸਲਿਮ ਭਾਈਚਾਰੇ ਦੇ ਲੋਕ ਖਾਸ ਕਰਕੇ ਜਿਹੜੀਆਂ ਮੁਸਲਿਮ ਭਾਈਚਾਰੇ ਦੇ ਵਿੱਚ ਬਹੁਤ ਕੱਟੜ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਤਰਾਜ਼ ਜ਼ਰੂਰ ਪ੍ਰਗਟ ਕੀਤੇ ਗਏ। ਭਾਰਤ ਮਾਂ ਨੂੰ ਦੇਵੀ ਦੀ ਸ਼ਕਲ ਦੇ ਵਿੱਚ ਕਿਉਂਕਿ ਅਸੀਂ ਪੋਸਟਰਾਂ ਦੇ ਉੱਤੇ ਪਰੋਸ ਦਿੰਦੇ ਹਾਂ, ਇਸ ਕਰਕੇ ਉਹਦਾ ਵਿਰੋਧ ਕੀਤਾ ਗਿਆ। ਇਸਲਾਮਿਕ ਪਰੰਪਰਾ ਵਾਲੇ ਲੋਕਾਂ ਵੱਲੋਂ ਵੀ ਤੇ ਸਿੱਖ ਪਰੰਪਰਾ ਵਾਲੇ ਲੋਕਾਂ ਵੱਲੋਂ ਵੀ। ਤੁਹਾਨੂੰ ਯਾਦ ਹੋਏਗਾ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਸਿੱਖੀ ਨਾਲ ਜੁੜੇ ਜੈ ਦੇ ਸਵਾਲ ਦੇ ਉੱਤੇ ਸਵਾਲ ਉਠਾਏ ਸਨ ਜਦੋਂ ਇਹ ਚਰਚਾ ਦਾ ਵਿਸ਼ਾ ਬਣੀ ਸੀ। ਇਸ ਕਰਕੇ ਇਹਨਾਂ ਤੱਥਾਂ ਨੂੰ ਜ਼ਰੂਰ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਤੇ ਔਰ ਜੇ ਕੋਈ ਨਹੀਂ ਵੀ ਕਹਿੰਦਾ ਤੇ ਮੈਂ ਕਹਿੰਦਾ ਉਹਦੇ ਉੱਤੇ ਕੋਈ ਦਬਾਅ ਨਹੀਂ ਹੋਣਾ ਚਾਹੀਦਾ। ਵੰਦੇ ਮਾਤਰਮ ਬਾਰੇ ਜ਼ਰੂਰ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਗਿਆ ਕਿ ਕਿਉਂਕਿ ਇਹ ਜਿਹੜੇ ਨਾਵਲ ਆਨੰਦ ਮੱਠ ਦੇ ਵਿੱਚ ਪਹਿਲੀ ਵਾਰ ਕਲਾਕਾਰਾਂ ਵੱਲੋਂ ਜਾਂ ਉਹਦੇ ਨਾਵਲ ਦੇ ਅਦਾਕਾਰਾਂ ਵੱਲੋਂ ਕਿਰਦਾਰਾਂ ਵੱਲੋਂ ਗਾਇਆ ਜਾਂਦਾ ਸੀ, ਉਹਨਾਂ ਦੇ ਵਿੱਚੋਂ ਬਹੁਤ ਗਿਣਤੀ ਲੋਕ ਉਹ ਸਨ ਜਿਹੜੇ ਇਸਲਾਮ ਵਿਰੋਧੀ ਸਨ ਤੇ ਈਵਨ ਉਹ ਕਿਸੇ ਹੱਦ ਤੱਕ ਅੰਗਰੇਜ਼ਾਂ ਦੇ ਵੀ ਪੱਖ ਦੇ ਵਿੱਚ ਸਨ। ਔਰ ਉਸ ਦੌਰ ਦੇ ਵਿੱਚ ਜਿਹੜੀ ਨਾਵਲ ਦੀ ਵਿਆਖਿਆ ਕੀਤੀ ਗਈ ਸੀ, ਦੇਸ਼ ਦੇ ਵਿੱਚ ਰਾਜ ਬ੍ਰਿਟਿਸ਼ ਦਾ ਚੱਲ ਰਿਹਾ ਸੀ ਪਰ ਨਾਵਲ ਦੀ ਜਿਹੜੀ ਆਨੰਦ ਮੱਠ ਦੀ ਪੂਰੀ ਪੇਸ਼ਕਾਰੀ ਆ ਉਹ ਇੱਕ ਤਰ੍ਹਾਂ ਨਾਲ ਮੁਗਲਿਆ ਸਲਤਨਤ ਦੇ ਖਿਲਾਫ ਬਣਾ ਕੇ ਪੇਸ਼ ਕੀਤੀ ਗਈ ਸੀ ਔਰ ਉਹਦੀ ਵਿਆਖਿਆ ਦੇ ਤੌਰ ਦੇ ਉੱਤੇ ਲੋਕੀ ਇਹਨੂੰ ਕਹਿੰਦੇ ਸੀ ਕਿ ਕਿਸੇ ਵੀ ਸੱਤਾ ਦੇ ਖਿਲਾਫ ਆ, ਇਸ ਕਰਕੇ ਇਹਦੇ ਨਾਲ ਦੇਸ਼ ਭਗਤੀ ਪੈਦਾ ਹੁੰਦੀ ਹੈ। ਵੈਸੇ ਵੀ ਮੁੱਢਲੇ ਰੂਪ ਦੇ ਵਿੱਚ ਸਾਡੇ ਦੇਸ਼ ਦੇ ਜਿਹੜੇ ਕ੍ਰਾਂਤੀਕਾਰੀ ਸੀ ਉਹਨਾਂ ਤੋਂ ਬਹੁਤ ਗਿਣਤੀ ਹਿੰਦੂਤਵਵਾਦੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਰਾਮ ਪ੍ਰਸਾਦ ਬਿਸਮਲ ਵਰਗੇ ਵੀ ਹਿੰਦੂਤਵ ਦੀਆਂ ਭਾਵਨਾਵਾਂ ਸਮੇਤ ਕ੍ਰਾਂਤੀਕਾਰੀ ਕਿਸਮ ਦੇ ਵਿਚਾਰਾਂ ਨੂੰ ਅਪਣਾ ਕੇ ਹੀ ਸ਼ਹਾਦਤ ਦੇ ਗਏ। ਬਹੁਤ ਸਾਰੇ ਮੁੱਢਲੇ ਕ੍ਰਾਂਤੀਕਾਰੀਆਂ ਦੇ ਅੰਦਰ ਹਿੰਦੂ ਤੇ ਕ੍ਰਾਂਤੀਕਾਰੀ ਹੋਣਾ ਤੇ ਬ੍ਰਿਟਿਸ਼ ਦੇ ਖਿਲਾਫ ਹੋਣਾ ਇੱਕ ਰਲਗੱਡ ਹੋਇਆ ਮਾਮਲਾ ਸੀ। ਉਹਨੂੰ ਤੁਸੀਂ ਇੱਕ ਦੂਜੇ ਨਾਲੋਂ ਨਿਖੇੜ ਕੇ ਨਾ ਦੇਖੀਏ। ਇਹ ਤਾਂ ਅਗਲੇ ਦੌਰ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਹੌਲੀ ਹੌਲੀ ਕ੍ਰਾਂਤੀਕਾਰੀ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੱਲ ਨੂੰ ਆ ਗਏ। ਇਸ ਕਰਕੇ ਉਹਦਾ ਵਿਰੋਧ ਜੇ ਹੋਇਆ ਵੀ ਆ, ਇਹਦੇ ਬਾਵਜੂਦ ਭਾਰਤੀ ਸੱਤਾ ਨੇ ਉਹਦਾ ਵੀ ਬਣਦਾ ਸਤਿਕਾਰ ਜਿਹੜਾ ਨਾਲ ਰੱਖ ਲਿਆ ਸੀ ਜਦੋਂ ਭਾਰਤੀ ਸੰਵਿਧਾਨ ਨੂੰ ਅਸੀਂ ਲਾਗੂ ਕਰਨ ਜਾ ਰਹੇ ਸੀ। ਦੂਸਰੀ ਗੱਲ ਇਹ ਹੈ ਕਿ ਜਿਹੜਾ ਇੱਕ ਹੋਰ ਗੀਤ ਹੈ ਜਿਹੜਾ ਬਹੁਤ ਮਾਣ ਨਾਲ ਗਾਇਆ ਜਾਂਦਾ, ਉਹਨੂੰ ਚਾਹੇ ਕੋਈ ਰਾਸ਼ਟਰੀ ਗਾਨ ਬਿਲਕੁਲ ਨਾ ਕਹਿੰਦਾ ਹੋਵੇ ਪਰ ਉਹ ਇੱਕ ਕੌਮੀ ਤਰਾਨੇ ਵਜੋਂ ਬਹੁਤ ਵੱਡੀ ਪੱਧਰ ਦੇ ਉੱਤੇ ਸਵੀਕਾਰ ਕੀਤਾ ਜਾਂਦਾ, ਉਹ ਹੈ ਇਕਬਾਲ ਹੋਰਾਂ ਦਾ ਸਾਰੇ ਜਹਾਨ ਸੇ ਅੱਛਾ। ਪਰ ਇੱਕ ਗੱਲ ਜ਼ਰੂਰ ਸਾਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਸ ਗੀਤ ਨੂੰ ਕੌਮੀ ਗੀਤ ਵਜੋਂ ਇਸ ਕਰਕੇ ਵੀ ਨਹੀਂ ਸੀ ਅਸੀਂ ਅਪਣਾ ਸਕਦੇ ਕਿਉਂਕਿ ਭਾਰਤ ਦੇ ਵਿੱਚ ਟੂ ਨੇਸ਼ਨ ਥਿਊਰੀ ਦੇ ਵਿੱਚ ਦੇ ਸਵਾਲ ਦੇ ਉੱਤੇ ਜਨਾਹ ਤੋਂ ਵੀ ਪਹਿਲਾਂ ਜਿਸ ਬੰਦੇ ਨੇ ਇਹਦੇ ਤੇ ਵਰਕ ਕੀਤਾ ਉਹ ਇਕਬਾਲ ਹੀ ਸਨ ਤੇ ਉਹਨਾਂ ਨੂੰ ਇਹ ਵਰਕ ਕਿਉਂ ਕਰਨਾ ਪਿਆ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ। ਉਹਨਾਂ ਨੇ ਇਸ ਗੀਤ ਤੋਂ ਬਿਨਾਂ ਇੱਕ ਹੋਰ ਵੀ ਰਚਨਾ ਰਚੀ ਸੀ ਜਿਹੜੀ ਜਿਹਦੀ ਟੋਨ ਇਸ ਤਰ੍ਹਾਂ ਦੀ ਸੀ, ਜੇ ਮੈਂ ਗਲਤ ਪੜ ਜਾਵਾਂ ਤਾਂ ਮੈਨੂੰ ਕੋਈ ਨਾ ਕੋਈ ਜਾਣਾ ਜ਼ਰੂਰ ਦਰੁਸਤ ਕਰ ਦੇਵੇ, ਜਿਹਦਾ ਅਰਥ ਇਹ ਸੀ ਕਿ ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ। ਇਹ ਵੀ ਉਹਨਾਂ ਨੇ ਹਿੰਦੁਸਤਾਨ ਦੀ ਖੂਬੀ ਦੇ ਹੱਕ ਦੇ ਵਿੱਚ ਹੀ ਲਿਖਿਆ ਸੀ ਕਿ ਦੁਨੀਆ ਦੇ ਵੱਡੇ ਵੱਡੇ ਸਾਮਰਾਜ ਵੱਡੀਆਂ ਵੱਡੀਆਂ ਸੱਭਿਅਤਾਵਾਂ ਦਾ ਨਾਸ਼ ਹੋ ਗਿਆ ਪਰ ਭਾਰਤ ਹਾਲੇ ਵੀ ਸਟਿਲ ਵੀ ਖੜਾ ਤੇ ਕੋਈ ਗੱਲ ਹੈ ਜਿਹਦਾ ਕਰਕੇ ਸਾਡੀ ਹਸਤੀ ਨਹੀਂ ਮਿਟਦੀ। ਪਰ ਇੱਕ ਦੌਰ ਇਹ ਵੀ ਆਇਆ ਜਦੋਂ ਭਾਰਤ ਦੀ ਸੁਤੰਤਰਤਾ ਸੰਗਰਾਮ ਦੇ ਦਰਮਿਆਨ ਤੁਹਾਡੀ ਲਹਿਰ ਜਿਹੜੀ ਦਫਾੜ ਹੋਊਗੀ ਵਿਚਾਰਾਂ ਦੇ ਪੱਧਰ ਦੇ ਉੱਤੇ ਤਾਂ ਉਹਨਾਂ ਨੇ ਇੱਕ ਹੋਰ ਗੀਤ ਵੀ ਲਿਖਿਆ ਸੀ ਜਿਹੜਾ ਪਹਿਲਾਂ ਰਚੇ ਗਏ ਗੀਤ ਦੇ ਬਿਲਕੁਲ ਉਲਟ ਜਾ ਕੇ ਖੜਾ ਹੋ ਜਾਂਦਾ ਸੀ, ਜਿਹਦਾ ਅਰਥ ਇਹ ਸੀ ਕਿ ਸ਼ਰਮ ਆਤੀ ਹੈ ਮੁਝਕੋ ਵਤਨ ਮੇ ਵਤਨ ਕਹਤੇ ਹੋਏ। ਇਸ ਕਰਕੇ ਅਸੀਂ ਉਹਨਾਂ ਦੇ ਗੀਤ ਨੂੰ ਨਹੀਂ ਸੀ ਅਪਣਾ ਸਕਦੇ। ਪਾਕਿਸਤਾਨ ਇਸ ਕਰਕੇ ਕੌਮੀ ਗੀਤ ਨਹੀਂ ਅਪਣਾ ਸਕਦਾ ਕਿਉਂਕਿ ਉਹਦੇ ਵਿੱਚ ਸ਼ਬਦ ਹਿੰਦੁਸਤਾਨ ਆ ਜਾਂਦਾ। ਅਸੀਂ ਇਸ ਕਰਕੇ ਨਹੀਂ ਸੀ ਅਪਣਾ ਸਕਦੇ ਕਿ ਉਹਨਾਂ ਨੇ ਬਾਅਦ ਦੇ ਵਿੱਚ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਹੁਣ ਮੈਨੂੰ ਇਸ ਮੁਲਕ ਨੂੰ ਮੁਲਕ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਹੈ। ਸਵਾਲ ਸਾਡੇ ਸਾਹਮਣੇ ਇਹ ਵੀ ਆ ਕਿ ਸੁਤੰਤਰਤਾ ਦੇ ਅੰਦੋਲਨ ਦੇ ਦਰਮਿਆਨ ਜਦੋਂ ਸਾਰਾ ਦੇਸ਼ ਬ੍ਰਿਟਿਸ਼ ਦੇ ਖਿਲਾਫ ਲੜ ਰਿਹਾ ਸੀ ਕੀ ਕਾਰਨ ਸੀ ਕਿ ਕੁਝ ਲੋਕਾਂ ਨੂੰ ਚੱਲਦੇ ਹੋਏ ਅੰਦੋਲਨ ਦੇ ਦਰਮਿਆਨ ਟੂ ਨੇਸ਼ਨ ਥਿਊਰੀ ਦੀ ਨੂੰ ਲੈ ਕੇ ਆਉਣਾ ਪਿਆ? ਕਿਉਂ ਅੱਜ ਵੀ ਕੁਝ ਲੋਕੀ ਇਹ ਭਾਵਨਾ ਰੱਖਦੇ ਨੇ ਕਿ ਕਿਤੇ 47 ਦੇ ਵਿੱਚ ਸਾਨੂੰ ਵੀ ਸਿੱਖ ਦੇਸ਼ ਭੂਮੀ ਮਿਲ ਜਾਂਦੀ ਤਾਂ ਬਹੁਤ ਚੰਗਾ ਹੋਣਾ ਸੀ। ਇਹਨਾਂ ਗੱਲਾਂ ਨੂੰ ਸਾਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਪਵੇਗਾ ਕਿਉਂਕਿ ਸੁਪਰੀਮ ਕੋਰਟਾਂ ਦੇ ਹੁਕਮ ਦੇ ਨਾਲ ਸ਼ਾਇਦ ਦੇਸ਼ ਭਗਤੀ ਪੈਦਾ ਨਹੀਂ ਹੁੰਦੀ। ਦੇਸ਼ ਭਗਤੀ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਦੇਸ਼ ਦੇ ਲੋਕਾਂ ਨੂੰ ਇਹ ਲੱਗੇ ਕਿ ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹ ਦੇਸ਼ ਸਾਡੀ ਵੰਨ-ਸੁਵੰਨਤਾ ਨੂੰ ਸਵੀਕਾਰ ਕਰਦਾ, ਸਾਡੇ ਸਿੱਖ ਹੋਣ ਨੂੰ ਸਵੀਕਾਰ ਕਰਦਾ, ਸਾਡੇ ਇਸਲਾਮਿਕ ਹੋਣ ਨੂੰ ਸਵੀਕਾਰ ਕਰਦਾ। ਜੇ ਅਸੀਂ ਮੂਰਤੀ ਪੂਜਾ ਦੇ ਹੱਕ ਦੇ ਵਿੱਚ ਨਹੀਂ ਹੈ ਤਾਂ ਸਾਡੇ ਇਸ ਜਿਹੜੀ ਭਾਵਨਾ ਵਾ ਉਹਨੂੰ ਸਤਿਕਾਰ ਦਿੰਦਾ ਵਾ। ਔਰ ਦੂਸਰੇ ਪਾਸੇ ਜਿਹੜੇ ਨਹੀਂ ਮੂਰਤੀ ਪੂਜਾ ਦੇ ਹੱਕ ਦੇ ਵਿੱਚ ਉਹ ਜਿਹੜੇ ਮੂਰਤੀ ਪੂਜਾ ਕਰਦੇ ਨੇ ਉਹਨਾਂ ਦੇ
ਮੂਰਤੀ ਪੂਜਾ ਕਰਨ ਦੇ ਹੱਕ ਨੂੰ ਵੀ ਸਤਿਕਾਰ ਕਰਨ ਦੇਣ। ਜਿਹੜੇ ਲੋਕ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ, ਜਿਹੜੇ ਆਪਣੇ ਆਪ ਨੂੰ ਨਾਸਤਿਕ ਕਹਾਉਣਾ ਪਸੰਦ ਕਰਦੇ ਨੇ, ਉਹਨਾਂ ਦੀ ਇਸ ਚੋਣ ਦਾ ਵੀ ਸਤਿਕਾਰ ਕੀਤਾ ਜਾਣਾ ਚਾਹੀਦਾ। ਤਾਂ ਜਾ ਕੇ ਦੇਸ਼ ਦੇ ਲੋਕਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਜੇ ਕਿਸੇ ਇੱਕ ਵਿਚਾਰ ਨੂੰ ਤੁਸੀਂ ਵਧੇਰੇ ਮਾਨਤਾ ਦਿੰਦੇ ਹੋ, ਦੂਜੇ ਵਿਚਾਰ ਨੂੰ ਤੁਸੀਂ ਨਕਾਰਨ ਦਾ ਯਤਨ ਕਰਦੇ ਹੋ, ਤੇ ਇੱਕ ਵਿਚਾਰ ਦੇ ਆਧਾਰ ਦੇ ਉੱਤੇ ਦੂਜੇ ਵਿਚਾਰ ਨੂੰ ਤੁਸੀਂ ਨਿੰਦਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਲੋਕਾਂ ਅੰਦਰ ਹੌਲੀ ਹੌਲੀ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆ ਉਹ ਵਿਵਸਥਾ ਦੇ ਖਿਲਾਫ ਰੋਹ ਵਜੋਂ ਤਬਦੀਲ ਹੋ ਜਾਂਦੀ ਹੈ। ਲੋਕੀ ਹੌਲੀ ਹੌਲੀ ਦੇਸ਼ ਤੋਂ ਵੱਖ ਹੋਣ ਦੀਆਂ ਗੱਲਾਂ ਵੀ ਕਰਦੇ ਨੇ। ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੰਗ ਉੱਠਦੀ ਨਹੀਂ, ਬੇਸ਼ੱਕ ਅੱਜ ਦੀ ਤਰੀਕ ਤੋਂ ਬਹੁਤ ਕਮਜ਼ੋਰ ਕਿਸਮ ਦਾ ਵਿਚਾਰ ਬਣ ਕੇ ਰਹਿ ਗਿਆ, ਪਰ ਹਾਲੇ ਵੀ ਜੰਮੂ ਕਸ਼ਮੀਰ ਦੇ ਇੱਕ ਹਿੱਸੇ ਦੇ ਵਿੱਚ ਆਜ਼ਾਦ ਜੰਮੂ ਕਸ਼ਮੀਰ ਦੀ ਗੱਲ ਵੀ ਉੱਠਦੀ ਹੈ। ਨਾਲ ਦੀ ਨਾਲ ਇੱਕ ਹਿੱਸਾ ਪਾਕਿਸਤਾਨ ਨਾਲ ਜਾਣ ਦੀ ਗੱਲ ਵੀ ਕਰਦਾ, ਪਰ ਇੱਕ ਹਿੱਸਾ ਉਹ ਵੀ ਮੌਜੂਦ ਹੈ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਭਾਰਤ ਦੇ ਨਾਲ ਰਹਿਣਾ ਪਸੰਦ ਕਰਦਾ। ਹਾਲਾਂਕਿ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀ ਧਾਰਾ 370 ਹੈ ਉਹ ਇਹੀ ਦੱਸਦੀ ਹੈ ਕਿ ਜੰਮੂ ਤੇ ਕਸ਼ਮੀਰ ਰਾਜ ਬਿਲਕੁਲ ਉਸੇ ਤਰ੍ਹਾਂ ਰਿਆਸਤੀ ਰਾਜਾਂ ਵਾਂਗ ਭਾਰਤ ਦਾ ਅਟੁੱਟ ਅੰਗ ਨਹੀਂ ਬਣ ਸਕਿਆ, ਕਿਉਂਕਿ ਸਾਡੇ ਸੰਵਿਧਾਨ ਨੇ ਵੀ ਉਹਨੂੰ ਉਸ ਤਰੀਕੇ ਦਾ ਅਟੁੱਟ ਅੰਗ ਨਹੀਂ ਬਣਾਇਆ ਜਿਸ ਤਰ੍ਹਾਂ ਬਾਕੀ ਦੇ ਰਿਆਸਤੀ ਰਾਜ ਬਣ ਗਏ ਸਨ। ਚਾਹੇ ਉਹ ਪੰਜਾਬ ਦੇ ਆਲੇ ਦੁਆਲੇ ਜੁੜੇ ਪਟਿਆਲਾ ਰਿਆਸਤ ਹੋਵੇ, ਨਾਭਾ, ਫਰੀਦਕੋਟ, ਕਪੂਰਥਲਾ, ਜੀਂਦ, ਇਹਨਾਂ ਸਾਰੀਆਂ ਰਿਆਸਤਾਂ ਹੋਣ, ਤੇ ਚਾਹੇ ਬਾਕੀ ਦੀਆਂ ਪੂਰੇ ਦੇਸ਼ ਦੀਆਂ ਰਿਆਸਤਾਂ ਹੋਣ, ਉਹ ਜਿਸ ਤਰੀਕੇ ਦੇ ਨਾਲ ਸਮੋ ਗਈਆਂ ਤੁਹਾਡੇ ਪੂਰੇ ਨਿਜ਼ਾਮ ਦੇ ਵਿੱਚ, ਇਸੇ ਤਰ੍ਹਾਂ ਜੰਮੂ ਕਸ਼ਮੀਰ ਨਹੀਂ ਸਮੋ ਸਕਿਆ। ਉਹਦੇ ਕੁਝ ਵੱਖਰੇ ਕਾਰਨ ਹੋ ਸਕਦੇ ਆ, ਪਰ ਮੈਂ ਇੱਕੋ ਗੱਲ ਕਹਿਣੀ ਚਾਹਾਂ ਕਿ ਜਦ ਤੱਕ ਲੋਕਾਂ ਅੰਦਰ ਵਿਵਸਥਾ ਕੋਲੋਂ ਨਿਆਂ ਦੀ ਕਾਮਨਾ ਜਿਹੜੀ ਉਹ ਰੱਖਦੇ ਨੇ ਆਪਣੇ ਦਿਲਾਂ ਦੇ ਵਿੱਚ, ਉਹ ਪ੍ਰੈਕਟੀਕਲੀ ਨਜ਼ਰ ਨਹੀਂ ਆਉਂਦੀ, ਲੋਕਾਂ 'ਚ ਦੇਸ਼ ਭਗਤੀ ਨਹੀਂ ਜਾਗ ਸਕਦੀ। थोड़े दिन पहला गोवा का उत्ते जान तो पहला मैं थोड़ी जी करैक्शन करना चाहूंगा। जे सबदीश जी का कहना मेरे उत्ते सी कि वंदे मातरम का विरोध होया सी, आई थिंक एग्जैक्टली राइट है। वंदे मातरम का विरोध किया गया सी मुस्लिम लीग वालों। थोड़े दिन पहला दी एक मैं जरूर गोवा च जे घटना हुई सी ओदा मैं जरूर इत्थे जिक्र करना चाहूंगा। गोवा ਦੇ ਵਿੱਚ ਇੱਕ ਥੀਏਟਰ ਦੇ ਵਿੱਚ ਰਾਸ਼ਟਰੀ ਗਾਨ ਮੂਵੀ ਸ਼ੁਰੂ ਹੋਣ ਤੋਂ ਪਹਿਲਾਂ ਗਾਇਆ ਜਾ ਰਿਹਾ ਸੀ, ਤੇ ਇੱਕ ਬੰਦੇ ਦੁਆਰਾ ਜਦੋਂ ਇਹ ਮੂਵੀ ਦੇਖਣ ਆਏ ਇੱਕ ਵਿਅਕਤੀ ਦੁਆਰਾ ਨਹੀਂ ਉੱਠਿਆ ਗਿਆ ਤਾਂ ਉਹਦੇ ਨਾਲ ਕੁੱਟਮਾਰ ਕੀਤੀ ਗਈ। ਬਾਅਦ ਚ ਪਤਾ ਲੱਗਾ ਕਿ ਉਹ ਅਪਾਹਿਜ ਸੀ ਤੇ ਉਹ ਉੱਠ ਵੀ ਨਹੀਂ ਸਕਦਾ ਸੀ। थोड़ी जी मैं दिलराज सिंह ते वापस लेके जाना चाहूंगा। दिलराज सिंह जी, जो तुसी कह रहे जो देश भक्ति की भावना वधदी आ, ते मेरा एक सवाल तुहानू मैं जो शो शुरू करन दे नाल ही कीता सी कि सुप्रीम कोर्ट नू यह रूलिंग भी देनी चाहिए आ कि रोज ऑफिस खुलन, सरकारी ऑफिस खुलन ते सारी राष्ट्रीय गान पढ़िया जावे। ईवन कि रोज जो दिलराज सिंह जी तुसी सवेरे उठते सारी तुसी राष्ट्रीय गान पढ़ो, क्योंकि मूवी देखने तो तुसी कदी कदी जांदे जो, पर जे तुसी रोज राष्ट्रीय गान सवेरे उठते सारी गाओगे तो शायद देश भक्ति भावना बहुत ज्यादा उजागर होगी। ऐसा नहीं हुंदा रोज जे 24 घंटे दिलराज सिंह जी ऐसा क्यों नहीं हुंदा? सुप्रीम कोर्ट ऑर्डर दे सकता वा बैंक दे एम्प्लॉय, सरकारी एम्प्लॉय ऑफिस करदे आ सर, जिद्दां स्कूलां च बच्चे राष्ट्रीय गान पढ़दे आ उत्थे भी राष्ट्रीय गान पढ़ा जावे। जे देखिया जावे मैं स्कूलां दी गल नहीं कर रहा, मैं ऑफिसेस दी गल कर रहा वां। मैं ये कह रहा जिद्दां स्कूलां दे विच पढ़िया जांदा वा उदां ही ऑफिस दे विच भी पढ़िया जावे। सवेरे उठदे सारी तुसी भी पढ़ो इदां कि सारे नागरिक इंडिया दे सवेरे उठदे सारी राष्ट्रीय गान पढ़न, ताकि जो देश भक्ति दी भावना दिलराज सिंह जी वो बहुत स्ट्रांग हो जाए। जो अज तुहाडी रिक्वायरमेंट है देश भक्ति दी कि अज देश नूं देश भक्ति दी बहुत जरूरत है, वो इक्को दम ही पूरी हो जाए। सर तुसी मैनूं सिंपल जी ये गल दसो कि जे उत्थे एक जगह बस अजे कीता है ते तुहानूं ते होर कई लोकां नूं कितनी प्रॉब्लम हुई है। इशू दसो कि उत्थे चलान दे विच इशू की है, प्रॉब्लम की है, दिक्कत की है, की प्रॉब्लम आ सकती है, कि लोकां दे मनां दे विच एक पॉजिटिव चीज देने की बजाय की नैगेटिविटी उहदे विच होएगी। इशू दस दो, मैं मान जाऊंगा कि नहीं चलाना चाहिए। दिलराज सिंह जी, मैं ते ਉਹ ਦੇਸ਼ ਭਗਤੀ ਦੀ ਭਾਵਨਾ ਵਧਾਉਣ ਦੀ ਗੱਲ ਕਰ ਰਹੇ ਹਾਂ ਕਿ ਰੋਜ਼ ਪੜਨ ਦਾ ਹੁਕਮ ਕਿਉਂ ਨਹੀਂ ਦਿੱਤਾ ਜਾਂਦਾ? ਤੁਸੀਂ ਸਵੇਰੇ ਉੱਠਦੇ ਹੀ ਪੜੋ। ਈਵਨ ਕਿ ਜਦੋਂ ਤੁਸੀਂ ਡਿਬੇਟ ਤੇ ਆਉਂਦੇ ਜੋ ਉਸ ਤੋਂ ਪਹਿਲਾਂ ਵੀ ਤੁਸੀਂ ਰਾਸ਼ਟਰੀ ਗਾਨ ਸ਼ੁਰੂ ਕਰਕੇ ਆਇਆ ਕਰੋ। ਦੇਸ਼ ਭਗਤੀ ਦੀ ਜੇ ਭਾਵਨਾ ਹੀ ਬਣਾਉਣੀ ਆ, ਉਸ ਭਾਵਨਾ ਨੂੰ ਵਧੀਆ ਸਪੀਡ ਨਾਲ ਵਧਾਇਆ ਜਾਵੇ। सर इदा भावना नहीं वधदियां होंदियां स्पीड दे नाल, तुहानूं तां कल नूं इह भी प्रॉब्लम होਊਗੀ कि जिहड़ा मैचेस तो पहले नेशनल एंथम चलदा वा ਉਹ भी नहीं चलना चाहिए। दिलराज सिंह जी तुसीं एक दो एग्जांपल पिक कर रहे हो बार-बार, तुसीं एक दो फिर
ਸਿਰਫ ਇੰਡੀਆ ਦੇ ਵਿੱਚ ਹੀ ਕਿਉਂ, ਫਿਰ ਬਾਕੀ ਕੰਟਰੀਜ਼ ਦੇ ਵਿੱਚ ਵੀ ਜਦੋਂ ਮੈਚ ਤੋਂ ਪਹਿਲੇ ਕੀਤਾ ਜਾਂਦਾ, ਜੇ ਨਹੀਂ ਕੋਈ ਦੇਸ਼ ਭਗਤੀ ਦੀ ਭਾਵਨਾ ਜਾਗਦੀ ਤੇ ਉਦੋਂ ਵੀ ਉੱਥੇ ਵੀ ਬੰਦ ਕਰ ਦੇਣਾ ਚਾਹੀਦਾ। ਏਦਾਂ ਨਹੀਂ ਹਰਪ੍ਰੀਤ ਜੀ ਹੁੰਦਾ। ਤੇ ਤੁਹਾਡੀ ਨਹੀਂ ਜਾਗਦੀ ਦਾ ਮਤਲਬ ਇਹ ਨਹੀਂ ਕਿ ਕਿਸੇ ਦੀ ਵੀ ਨਹੀਂ ਜਾਗਦੀ। ਸਾਰੀ ਜਿਹੜੀ ਕੰਟਰੀ ਹੈਗੀ ਹੈ 1.25 ਕਰੋੜ ਦੀ ਆਬਾਦੀ ਹੈ। 1.25 ਕਰੋੜ ਦੀ ਆਬਾਦੀ ਦੀ ਸੋਚ ਇੱਕ ਤੁਹਾਡੇ ਵਰਗੀ ਨਹੀਂ ਹੋਏਗੀ। ਕਈਆਂ ਦੀ ਜਾਗਦੀ ਹੋਊਗੀ, ਕਈਆਂ ਦੀ ਨਹੀਂ ਜਾਗਦੀ ਹੋਊਗੀ। ਜੇ ਇੱਕ ਜਗ੍ਹਾ ਉਹਨਾਂ ਨੇ ਐਪਲੀਕੇਬਲ ਕਰ ਵੀ ਦਿੱਤਾ ਵਾ ਤੇ ਉਹਦੇ ਵਿੱਚ ਫਰਕ ਕੀ ਹੈ? ਜਿਹਨੇ ਸੁਣਨਾ ਹੋਇਆ ਸੁਣ ਲੂਗਾ, ਜਿਹਨੇ ਨਹੀਂ ਸੁਣਨਾ ਹੋਇਆ ਉਹ ਬਾਹਰ ਕੁਝ ਖਾਣ ਪੀਣ ਚਲੇ ਜਾਊਗਾ ਜਾਂ ਉੱਥੇ ਬੈਠਾ ਵੀ ਦੇਖਦਾ ਰਹੂਗਾ। ਤੁਸੀਂ ਆਪ ਹੀ ਆਰਟੀਕਲ ਸਾਰੇ ਦੱਸਦੇ ਹੈਗੇ ਆ, 51 ਆਰਟੀਕਲ ਤੇ 57 ਆਰਟੀਕਲ ਦੇ ਵਿੱਚ ਤੁਹਾਨੂੰ ਖੜੇ ਹੋਣਾ ਵੀ ਜ਼ਰੂਰੀ ਨਹੀਂ ਹੈਗਾ। ਜੇ ਉੱਥੇ ਟੀਵੀ ਤੇ ਇੱਕ ਤੰਬਾਕੂ ਛੱਡਣ ਦੀ ਐਡ ਚੱਲਦੀ ਪਈ ਹੈ, ਆਪਾਂ ਉਹ ਵੀ ਦੇਖਦੇ ਹਾਂ ਤੇ ਕਈ ਲੋਕ ਉਹ ਦੇਖਦੇ ਹੋਏ ਵੀ ਨਹੀਂ ਛੱਡਦੇ, ਤੇ ਤੁਸੀਂ ਉਹਨੂੰ ਐਜ਼ ਅ ਮੂਵੀ ਵੀ ਦੇਖਣਗੇ। ਮੂਵੀ ਦੇਖਣ ਨਾਲੋਂ ਚੰਗਾ ਇੱਕ ਵਧੀਆ ਤੁਹਾਡੇ ਸਾਹਮਣੇ ਗੀਤ ਪੇਸ਼ ਹੁੰਦਾ ਪਿਆ, ਨੈਸ਼ਨਲ ਐਂਥਮ ਪੇਸ਼ ਹੁੰਦਾ ਪਿਆ ਵਾ, ਉਹ ਵੀ ਸੁਣ ਲਓ। ਦਿੱਕਤ ਦੱਸੋ ਕਿ ਇਹ ਪ੍ਰੋਬਲਮ ਆ ਸਕਦੀ ਹੈ। ਜੇ ਕੋਈ ਪ੍ਰੋਬਲਮ ਨਹੀਂ ਆ ਸਕਦੀ ਤਾਂ ਫਿਰ ਚੱਲਣ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਫਰਕ ਹੋਣਾ ਚਾਹੀਦਾ। ਥੋੜਾ ਜਿਹਾ ਐਗਜ਼ਾਮਪਲ ਮੈਂ ਯੂਐਸ ਦਾ ਜ਼ਰੂਰ ਦੇਣਾ ਚਾਹੂੰਗਾ। ਯੂਐਸ ਦੇ ਵਿੱਚ ਜੇ ਨੈਸ਼ਨਲ ਫਲੈਗ ਨੂੰ ਜਾਂ ਨੈਸ਼ਨਲ ਗੀਤ ਦਾ ਗਾਨ ਨਾ ਕੀਤਾ ਜਾਵੇ ਜਾਂ ਨਿਰਾਦਰ ਕੀਤਾ ਜਾਵੇ ਤੇ ਉਹਦੀ ਸਜ਼ਾ ਨਹੀਂ ਹੈ, ਕਿਉਂਕਿ ਕੋਰਟ ਦਾ ਇਹ ਕਹਿਣਾ ਹੈ ਫਰੀडम ਆਫ ਐਕਸਪ੍ਰੈਸ਼ਨ ਦੇ ਵਿੱਚ ਹਰ ਨਾਗਰਿਕ ਦਾ, ਜੇ ਕਿ ਨਾਗਰਿਕ ਨੂੰ ਫਲੈਗ ਨਾਲ ਜਾਂ ਨੈਸ਼ਨਲ ਐਂਥਮ ਦੇ ਬਾਰੇ ਕੋਈ ਰਾਏ ਆ ਤੇ ਉਹ ਵਿਅਕਤ ਕਰ ਸਕਦਾ ਵਾ ਤੇ ਸੁਪਰੀਮ ਕੋਰਟ ਉਹਨੂੰ ਸਜ਼ਾ ਨਹੀਂ ਦੇ ਸਕਦਾ। ਇੱਕ ਕਾਲਰ ਜੁੜ ਚੁੱਕੇ ਨੇ ਮੇਰੇ ਨਾਲ। ਸਤਿ ਸ਼੍ਰੀ ਅਕਾਲ ਜੀ। ਲਾਸਟ 4 ਨੰਬਰ ਨੇ 8578। ਸਤਿ ਸ਼੍ਰੀ ਅਕਾਲ ਸਰ, ਆਪਣਾ ਨਾਮ ਜ਼ਰੂਰ ਦੱਸਿਓ ਪਹਿਲਾਂ। ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਮੇਰਾ ਇਹੀ ਕਹਿਣਾ ਚਾਹੁੰਦਾ ਵੀ ਇਹ ਠੋਕ ਰਹੇ ਆ ਜੀ। ਸਰ ਇੱਕ ਵਾਰ ਰਿਪੀਟ ਕਰੋ ਕਿ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ, ਥੋੜਾ ਉੱਚੀ ਬੋਲਿਓ ਸਰ। ਮੈਂ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਸੁਪਰੀਮ ਕੋਰਟ ਜਿਹੜਾ ਇਹ ਠੋਕ ਰਿਹਾ ਆ, ਜਿਹੜਾ ਇਹ ਕਿਸੇ ਦੀ ਮਰਜ਼ੀ ਆ। ਜਿਹਨ ਪੜ੍ਹਨਾ ਉਹ ਪੜ੍ਹੇ, ਜਿਹਨ ਨਹੀਂ ਪੜ੍ਹਨਾ ਨਾ ਉਹ ਪੜ੍ਹੇ। ਇਹ ਕਿਸੇ ਨੂੰ ਗਵਾਉਣਾ ਹੈ ਉਹ ਅਦਾਲਤ ਦੇ ਜਿਹੜਾ ਵੀ ਹੈ ਇਹ ਜ਼ਬਰਦਸਤੀ ਹੋ ਗਈ ਹੈ ਬਸ। ਥੈਂਕ ਯੂ ਸਰ, ਥੈਂਕ ਯੂ। ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਲਾਸਟ 4 ਨੰਬਰ ਨੇ ਜੀ 6855। ਨਾ ਵੀਰ ਜੀ ਗੱਲ ਦੱਸੋ, ਇੱਕ ਪਹਿਲਾਂ ਤੁਸੀਂ ਨਹਿਰੂ ਪਰਿਵਾਰ ਆ ਉਹ ਰਜਿਸਟਰੀ ਪੜ੍ਹੋ, ਨਹਿਰੂ ਪਰਿਵਾਰ ਦੀ ਰਜਿਸਟਰੀ ਕੀ ਹੈਗੀ ਹੈ। ਹੁਣ ਮੋਦੀ ਦੀ ਪੜ੍ਹ ਲਓ। ਅਸੀਂ ਇਹਨਾਂ ਦੇ ਖਾਤਰ ਹੀ ਹੈ, ਅਸੀਂ ਇਹਦੇ ਨੌਕਰ ਰੱਖੇ ਹੋਏ ਆ। ਸਾਡੀ ਵੀ ਆਪਣੀ ਕੋਈ ਸਾਥ ਹੈਗੀ ਹੈ, ਕਿਉਂ ਪੜ੍ਹੀਏ ਅਸੀਂ ਨਹੀਂ ਪੜ੍ਹਦੇ। ਅਸੀਂ ਗੱਲ ਸੁਣੋ ਇੱਕ ਵਾਰ, ਅਸੀਂ ਸਿੱਖ ਹੈ, ਅਸੀਂ ਸਿੱਖ ਕਾਹਦੇ ਪੜ੍ਹੀਏ ਚੀਜ਼ਾਂ। ਇਹ ਕੰਟਰੀ ਦਾ ਡਿਵਾਈਡ ਹੋਣਾ ਤੁਸੀਂ ਦੇਖਿਓ, ਇਸ ਕੰਟਰੀ ਦਾ ਉਹ ਹਾਲ ਹੋਣਾ ਹੈ ਜਿਹੜਾ ਕਿਸੇ ਨੇ ਦੇਖਿਆ ਨਹੀਂ ਹੈਗਾ, ਜਿਹੜਾ ਇਹਨਾਂ ਨੇ ਹਿੰਦੂਆਂ ਨੇ ਕਰਤਾ। ਹਿੰਦੂ ਇੱਕ ਬਾਹਮਣ ਹਿੰਦੂ ਹੁੰਦੇ ਸੀਗੇ, ਉਹ ਹੋਰ ਚੀਜ਼ ਸੀਗੇ। ਇਹ ਜਿਹੜੇ RSS ਹਿੰਦੂ ਹੈ ਨਾ, ਇਹ ਇੰਨਾ ਗੰਦ ਪਾ ਚੁੱਕੇ ਆ ਪੰਜਾਬ ਦੇ, ਇੰਡੀਆ ਦੇ ਵਿੱਚ। ਮੈਂ ਕਹਿੰਦਾ ਗੱਲ ਛੱਡ ਦਿਓ। ਆ ਜਾ ਤੁਸੀਂ ਦੂਜਾ ਆਪਣੇ ਕੀ ਕਹਿੰਦੇ ਆ, ਦੂਜਾ ਹਾਂ ਬੰਬੇ ਪਿੱਛੇ ਦੂਜੇ ਉਹ ਸਿੱਖਿਆ। ਇਹ ਕੋਈ ਇਨਸਾਨ ਥੋੜ੍ਹਾ ਹੈਗੀ। ਹੁਣ ਦਲਤਾਂ ਨੂੰ ਕਿੰਨਾ ਤੰਗ ਕੀਤਾ ਨੇ, ਗਰੀਬ ਆਦਮੀ ਨੂੰ ਕਿੰਨਾ ਤੰਗ ਕਰਿਆ ਦਲਤਾਂ ਨੂੰ ਹੈ। ਇਹ ਕਾਨੂੰਨ ਥੋੜ੍ਹਾ ਹੈਗਾ। ਉਹ ਕਿ ਅਸੀਂ ਤਾਂ ਇਹਨਾਂ ਲੋਕਾਂ ਨੂੰ ਲਾਇਕ ਨਹੀਂ, ਨਾ ਅਸੀਂ ਇਹਨੂੰ ਗੱਲ ਲਾਇਕ ਕਰਦੇ ਹਾਂ, ਨਾ ਅਸੀਂ ਗਾਂਧੀ ਪਰਿਵਾਰ ਨੂੰ ਲਾਇਕ ਕਰਦੇ ਹਾਂ। ਅਸੀਂ ਤਾਂ ਪਾਕਿਸਤਾਨ ਨਾਲ ਜ਼ਿਆਦਾ ਵੀ ਅਜੇ ਵੀ ਕਹਿੰਦੇ ਹਾਂ ਬਾਬਾ ਉਸ ਡੇ ਅਸੀਂ ਪਾਕਿਸਤਾਨ ਨਾਲ ਜਾਈਏ, ਅਸੀਂ ਤਾਂ ਇੰਡੀਆ ਨੂੰ ਲਾਇਕ ਨਹੀਂ ਕਰਦੇ। ਥੈਂਕ ਯੂ ਸਰ, ਥੈਂਕ ਯੂ। 1962 ਦੇ ਵਿੱਚ ਚਾਈਨਾ ਵਾਰ ਤੋਂ ਬਾਅਦ ਵੀ ਲਗਭਗ ਏਦਾਂ ਦਾ ਸਾਨੂੰ ਥੀਏਟਰ ਵਿੱਚ ਵੇਖਣ ਨੂੰ ਮਿਲਿਆ ਸੀ। ਮੂਵੀ ਖਤਮ ਹੋਣ ਤੋਂ ਬਾਅਦ ਰਾਸ਼ਟਰੀ ਗਾਨ ਦਾ ਗਾਇਆ ਜਾਂਦਾ ਸੀ ਤਾਂ ਮੇਰਾ ਜ਼ਿਕਰ ਇੱਕ ਸਾਥੀ ਨੇ ਵੀ ਕੀਤਾ ਸੀ। ਪਰ ਲਗਭਗ 1975 ਤੱਕ ਪਹੁੰਚਦੇ 70 ਦੇ ਤੱਕ ਪਹੁੰਚਦੇ ਉਹ ਸਿਲਸਿਲਾ ਥੀਏਟਰ ਵਿੱਚੋਂ ਖਤਮ ਹੋ ਚੁੱਕਿਆ ਸੀ। ਅਜੀਤ ਜੀ ਤੇ ਜਾਣਾ ਚਾਹੂੰਗਾ, ਕਾਫੀ ਚਿਰ ਤੋਂ ਅਜੀਤ ਜੀ ਨੂੰ ਮੌਕਾ ਨਹੀਂ ਮਿਲਿਆ। ਅਜੀਤ ਜੀ ਥੋੜਾ ਆਵਾਜ਼ ਉੱਚੀ ਰੱਖ ਕੇ ਬੋਲਿਓ। ਹਰਪ੍ਰੀਤ ਜੀ, ਅਸਲ ਗੱਲ ਮੈਂ ਜਿੱਥੋਂ ਛੱਡੀ ਸੀ ਉੱਥੇ ਸ਼ੁਰੂ ਕਰਨੀ ਚਾਹੁੰਦਾ। ਕਿਉਂ ਇਹ ਸਵਾਲ ਉੱਠਦੇ ਨੇ? ਕਿਉਂ ਅਜੇ ਤੱਕ ਅਸੀਂ ਲੋਕਾਂ ਦੇ ਮਨ ਦੇ ਵਿੱਚ ਭਾਵਨਾ ਉਹ ਪੈਦਾ ਨਹੀਂ ਕਰ ਸਕੇ ਕਿ ਆਪਣੇ ਮੁਲਕ ਦਾ ਜ਼ਿਕਰ ਆਉਣ ਤੇ, ਚਾਹੇ ਉਹ ਆਪਣੇ ਮੁਲਕ ਦਾ ਰਾਸ਼ਟਰੀ ਗਾਨ ਹੈ ਜਾਂ ਆਪਣੇ ਮੁਲਕ ਦੇ ਨਾਲ ਜਿਹੜਾ ਹੈਗਾ ਸੰਬੰਧਿਤ ਕੋਈ ਗੱਲ ਹੋਵੇ, ਤਾਂ ਸਾਡੇ ਮਨ ਦੇ ਵਿੱਚ ਇੱਕ ਉਤਸ਼ਾਹ ਤੇ ਸਤਿਕਾਰ ਦੀ ਭਾਵਨਾ ਕਿਉਂ ਪੈਦਾ ਨਹੀਂ ਹੁੰਦੀ? ਜਦੋਂ ਇਹ ਗੱਲਾਂ ਹੋਈਆਂ ਸੀ ਕਿ ਰਾਸ਼ਟਰੀ ਗਾਨ ਹੋਣਾ ਚਾਹੀਦਾ ਹੈ, ਇਹ ਚੀਜ਼ ਹੈ, ਉਦੋਂ ਅਸਲ ਗੱਲ ਇਹ ਸੀ ਕਿ ਮੁਲਕ ਦੇ ਵਿੱਚ ਲੋਕਾਂ ਨੇ ਇੱਕ ਲੰਮੀ ਲੜਾਈ ਬੜੀ ਡੈਡੀਕੇਸ਼ਨ ਦੇ ਨਾਲ ਆਜ਼ਾਦੀ ਦੀ ਲੜੀ ਸੀ। ਤੇ ਜਦੋਂ ਕਿਤੇ ਮੁਲਕ ਦੀ ਆਜ਼ਾਦੀ ਦੀ, ਮੁਲਕ ਦੀ ਹੋਂਦ ਦੀ ਗੱਲ ਆਉਂਦੀ ਸੀ, ਇੱਕ ਉਤਸ਼ਾਹ, ਇੱਕ ਜਜ਼ਬਾ ਲੋਕਾਂ ਦੇ ਮਨਾਂ ਦੇ ਵਿੱਚ ਆਪਣੇ ਆਪ ਪੈਦਾ ਹੁੰਦਾ ਸੀ। ਉਦੋਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਮੈਂ ਇੱਥੇ ਤੱਕ ਦੇਖਿਆ ਕਿ ਅਸੀਂ ਸਕੂਲ ਸ਼ੁਰੂ ਕੀਤਾ ਹੈ ਕਿ ਜੇ ਕਿਤੇ ਰਾਸ਼ਟਰੀ ਗਾਨ ਵੱਜ ਜਾਵੇ ਸਕੂਲ ਦੇ ਅੱਗੇ
ਅੱਗੇ ਦੀ ਲੰਘਿਆ ਜਾਂਦਾ ਬੰਦਾ ਉੱਥੇ ਰੁਕ ਜਾਂਦਾ ਸੀ, ਜਿਨ੍ਹਾਂ ਲੋਕਾਂ ਨੇ ਦੇ ਯਾਦ ਸੀ, ਕਿਉਂਕਿ ਉਦੋਂ ਜਿਹੜੇ ਲੋਕ ਵੱਡੇ ਹੋ ਚੁੱਕੇ ਸੀ, 60-50 ਸਾਲਾਂ ਦੀ ਉਮਰ ਸੀ, ਉਹਨਾਂ ਨੇ ਸਾਰੇ ਜਿਹੜੀ ਹੈਗੀ ਆਜ਼ਾਦੀ ਦੀ ਲੜਾਈ ਦਾ ਉਹਨਾਂ ਨੂੰ ਪਤਾ ਸੀ। ਇਹ 1955, 60, 62 ਦੀ ਗੱਲ ਹੈ। ਹੁਣ ਇਹ ਹਾਲ ਹੋ ਗਿਆ ਕਿ ਜਿਹੜੇ ਮੁਲਕ ਦੇ ਰਹਿਨੁਮਾ ਨੇ ਉਹਨਾਂ ਨੇ ਇੰਨਾ ਕੁਛ ਕਰ ਦਿੱਤਾ ਹੈ, ਇਹੋ ਜਿਹਾ ਕੁਝ ਕਰ ਦਿੱਤਾ ਹੈ, ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ, ਜਿਹੜੀ ਐਡਮਿਨਿਸਟ੍ਰੇਸ਼ਨ ਕਹਿ ਲਓ ਜਾਂ ਲੋਕ ਜਿਹੜੇ ਇਸ ਵਕਤ ਲੋਕਾਂ ਨੂੰ ਲੀਡ ਕਰ ਰਹੇ ਨੇ, ਉਹਨਾਂ ਨੇ ਇਹੋ ਜਿਹੀਆਂ ਕਰਤੂਤਾਂ ਕਰ ਦਿੱਤੀਆਂ ਗਈਆਂ ਨੇ ਕਿ ਲੋਕ ਇੰਨੇ ਉਦਾਸੀਨ ਹੋ ਗਏ ਨੇ। ਕਿਸ ਚੀਜ਼ ਤੋਂ ਉਦਾਸੀਨ ਹੋ ਗਏ ਨੇ? ਮੁਲਕ ਦੀ ਹੋਂਦ ਤੋਂ। ਮੁਲਕ ਕਿਸ ਪਾਸੇ ਨੂੰ ਜਾ ਰਿਹਾ ਹੈ, ਉਹਨਾਂ ਨੂੰ ਇਹ ਲੱਗਣ ਲੱਗ ਗਿਆ ਹੈ ਕਿ ਇਹ ਪਤਾ ਨਹੀਂ ਕਿੱਧਰ ਨੂੰ ਜਾਣਾ ਹੈ। ਜੋ ਲੀਡ ਕਰਦਾ ਉਹਦੇ ਪ੍ਰਤੀ ਸਤਿਕਾਰ ਨਹੀਂ, ਜੋ ਮੁਲਕ ਦੇ ਵਿੱਚ ਵਾਪਰ ਰਿਹਾ ਉਹਦੇ ਪ੍ਰਤੀ ਸਤਿਕਾਰ ਨਹੀਂ। ਆਸ਼ਾ ਜਿਹੜੀ ਹੁੰਦੀ ਹੈ ਇੱਕ ਕਿ ਅਸੀਂ, ਸਾਡਾ ਮੁਲਕ ਇੱਕ ਅੱਗੇ ਵਧੇਗਾ ਔਰ ਸਾਡੀ ਜ਼ਿੰਦਗੀ ਚੰਗੇਰੀ ਹੋਏਗੀ, ਉਹ ਆਸ਼ਾ ਮਰ ਚੁੱਕੀ ਹੈ। ਔਰ ਜਿਹੜੀ ਮੁਲਕ ਦੇ ਵਿੱਚ ਪੋਲਿਟਿਕਸ ਹੈਗੀ ਹੈ, ਉਹਨਾਂ ਨੇ ਲੋਕਾਂ ਦੇ ਮਨਾਂ 'ਚ ਵੰਡੀਆਂ ਪਾ ਦਿੱਤੀਆਂ ਨੇ ਜੋੜਨ ਦੀ ਬਜਾਏ। ਹੁਣ ਇੱਕ ਕਾਲਰ ਕਹਿ ਕੇ ਹਟਿਆ ਕਿ ਅਸੀਂ ਹਿੰਦੁਸਤਾਨੀ ਜਾਂ ਭਾਰਤੀ ਕਹਿਣਾ ਵੀ ਪਸੰਦ ਨਹੀਂ ਕਰਦੇ ਹੈਗੇ, ਉਹ ਕਿਸੇ ਹੋਰ ਮੁਲਕ ਵੱਲ ਨੂੰ ਝਾਕ ਰਹੇ ਨੇ, ਭਾਵੇਂ ਪਤਾ ਨਹੀਂ ਉਸ ਮੁਲਕ ਦੇ ਵਿੱਚ ਹਾਲਤ ਹਿੰਦੁਸਤਾਨ ਨਾਲੋਂ ਵੀ ਮਾੜੀ ਹੈ। ਅਸਲ ਗੱਲ ਇੱਥੇ ਪਈ ਹੈ, ਨਹੀਂ ਇਹ ਗੱਲਾਂ ਉਪਜ ਨਹੀਂ ਸਕਦੀਆਂ ਹੈਗੀਆਂ। ਰਹੀ ਸਤਿਕਾਰ ਦੀ ਗੱਲ, ਜਦੋਂ ਤੁਸੀਂ ਇੱਕ ਮੁਲਕ ਦਾ ਤਰਾਨਾ ਵੱਜਦਾ ਹੈ, ਜੇ ਤੁਸੀਂ ਉਸ ਵਕਤ ਸਤਿਕਾਰ ਨਹੀਂ ਦੇ ਰਹੇ, ਜੇ ਮਨਾਂ ਦੇ ਵਿੱਚ ਉਹ ਭਾਵਨਾ ਨਹੀਂ, ਤੇ ਮੇਰਾ ਖਿਆਲ ਆ ਉੱਥੇ ਤਰਾਨਾ ਵਜਾ ਕੇ ਉਹਦੀ ਬੇਅਦਬੀ ਕਰਾਉਣ ਦਾ ਵੀ ਕੋਈ ਫਾਇਦਾ ਨਹੀਂ। ਜਿੱਥੋਂ ਤੱਕ ਸਿਨੇਮੇ ਦੀ ਗੱਲ ਆ, ਉੱਥੇ ਕੋਈ ਤਰਾਨਾ ਜਿਹੜਾ ਵੱਜਦਾ ਜਦੋਂ, ਉਦੋਂ ਨਹੀਂ ਸਤਿਕਾਰ ਹੁੰਦਾ। ਕੋਈ ਜ਼ਰੂਰੀ ਨਹੀਂ, ਭਾਵੇਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ। ਥੋੜਾ ਜਿਹਾ ਮੈਂ ਕੁਝ ਹੋਰ ਮੁੱਦੇ ਜ਼ਰੂਰ ਡਿਸਕਸ ਕਰਨੇ ਚਾਹੂੰਗਾ ਇਸ ਮੁੱਦੇ ਦੇ ਨਾਲ ਹੀ ਮਿਲਦੇ। I think audio disturbance ਆ ਗਈ ਜੀ ਮੈਨੂੰ। I'm not sure ਅਜੀਤ ਜੀ ਤੁਹਾਡੀ ਗੱਲ ਪੂਰੀ ਹੋ ਗਈ ਕਿ ਨਹੀਂ ਹੋਈ? ਨਹੀਂ, ਮੇਰੀ ਗੱਲ ਪੂਰੀ ਨਹੀਂ ਸੀ ਹੋਈ ਹੈਗੀ। ਪਲੀਜ਼ ਗੋ ਹੈਡ। ਹਾਂ, ਉਹ ਇਹ ਹੈ ਕਿ ਸੋਚਣ ਵਾਲੀ ਵੱਖਰੀ ਉਹ ਚੀਜ਼ ਹੈ ਕਿ ਕਿਆ ਅਸੀਂ ਸਤਿਕਾਰ ਆਪਣੀ ਮੁਲਕ ਦੀ ਹੋਂਦ ਵਾਸਤੇ ਸਤਿਕਾਰ ਪੈਦਾ ਕਰ ਸਕਿਆ, ਜਾਂ ਆਪਣੇ ਮੁਲਕ ਦਾ ਨਾਂ ਲੈ ਤੇ ਸਾਨੂੰ ਇੱਕ ਖਾਸ ਕਿਸਮ ਦੀ ਇੰਸਪੀਰੇਸ਼ਨ ਔਰ ਸਤਿਕਾਰ ਸਾਡੇ ਮਨਾਂ 'ਚ ਪੈਦਾ ਹੁੰਦਾ ਵੀ ਹੈ। ਜੇ ਉਹ ਹੀ ਪੈਦਾ ਨਹੀਂ ਹੁੰਦਾ ਤਾਂ ਤਰਾਨਿਆਂ ਨਾਲ ਗੱਲ ਨਹੀਂ ਬਣਦੀ। ਕਿਉਂ ਨਾਰਿਆਂ ਦੀ ਵਿਰੋਧਤਾ ਹੋਣ ਲੱਗੀ? ਉਹਦੇ ਪਿੱਛੇ ਵੀ ਇਹ ਭਾਵਨਾ ਹੈ ਕਿ ਸਾਡੇ ਰਹਿਨੁਮਾ ਜਿਹੜੇ ਹੈਗੇ, ਉਹਨੂੰ ਲੀਡਰ ਕਹਿ ਲਓ, ਰਹਿਨੁਮਾ ਕਹਿ ਲਓ, ਉਹ ਜਿਹੜੇ ਹੈਗੇ ਉਹ ਆਪਣਾ ਕਿਰਦਾਰ ਉਹ ਪੇਸ਼ ਨਹੀਂ ਕਰ ਸਕੇ ਕਿ ਉਹਨਾਂ ਦੇ ਕਿਰਦਾਰ ਦੇ ਵਿੱਚੋਂ ਲੋਕਾਂ ਨੂੰ ਆਪਣਾ ਭਵਿੱਖ ਲੱਭਦਾ ਹੋਵੇ। ਜਦੋਂ ਲੋਕਾਂ ਨੂੰ ਭਵਿੱਖ ਨਹੀਂ ਲੱਭਦਾ ਹੈਗਾ, ਜਿਸ ਮੁਲਕ ਦੇ ਵਿੱਚ ਲੋਕਾਂ ਨੂੰ ਇਹ ਨਹੀਂ ਲੱਗਦਾ ਕਿ ਇਹ ਸਾਡਾ ਸਹਾਰਾ ਹੈ, ਅਸੀਂ ਇਸ ਮੁਲਕ ਦੇ ਵਿੱਚ ਰਹਿੰਦੇ ਹੋਏ ਬਿਲਕੁਲ ਸਿਕਿਉਰ ਆ, ਸਾਡੇ ਬੱਚਿਆਂ ਦਾ ਭਵਿੱਖ ਸਿਕਿਉਰ ਹੈ, ਤਾਂ ਤੁਸੀਂ ਸਾਰੇ ਮੁਲਕ ਦੀ ਜਦੋਂ ਹੋਂਦ ਪ੍ਰਤੀ ਸਤਿਕਾਰ ਨਹੀਂ ਹੋਏਗਾ ਤਾਂ ਕਿਸੇ ਤਰਾਨੇ ਪ੍ਰਤੀ ਸਤਿਕਾਰ ਨਹੀਂ ਹੋਏਗਾ। ਅਸਲ ਜਿਹੜਾ ਹੈਗਾ ਇਸ ਚੀਜ਼ ਦੀ ਔਗਣ ਉੱਥੇ ਪਿਆ, ਨਾ ਕਿ ਇਹਨਾਂ ਤਰਾਨਿਆਂ ਦੀਆਂ ਗੱਲਾਂ ਦੇ ਵਿੱਚ ਪਿਆ। ਮੇਰਾ ਖਿਆਲ ਹੈ ਜਦੋਂ ਤੁਸੀਂ ਇੱਕ ਬਤੌਰ ਮੁਲਕ ਦੇ ਭਾਵਨਾਵਾਂ 'ਚ ਸੁਧਾਰ ਕਰ ਲਿਆ ਜਾਏਗਾ, ਉਦੋਂ ਇਹਨਾਂ ਗੱਲਾਂ ਦੀ ਲੋੜ ਵੀ ਸ਼ਾਇਦ ਨਾ ਪਵੇ। ਐਕਚੁਅਲੀ ਮੈਂ ਚਾਹੂੰਗਾ ਦਿਲਰਾਜ ਜੀ ਅਤੇ ਸਬਦੀਸ਼ ਜੀ ਜ਼ਰੂਰ ਕਮੈਂਟ ਕਰਨ ਜੋ ਅਜੀਤ ਜੀ ਨੇ ਆਪਣੇ ਵਿਚਾਰ ਰੱਖੇ ਆ ਕਿ ਜੋ ਅਜੀਤ ਜੀ ਕਹਿ ਰਹੇ ਨੇ ਤੁਸੀਂ ਉਹਨਾਂ ਨਾਲ ਐਗਰੀ ਕਰਦੇ ਜੋ ਜਾਂ ਤੁਹਾਡੇ ਵਿਚਾਰ ਡਿਫਰੈਂਟ ਨੇ। ਦਿਲਰਾਜ ਸਿੰਘ ਜੀ ਤੋਂ ਸ਼ੁਰੂ ਕਰੂੰਗਾ। ਬਿਲਕੁਲ ਹਰਪ੍ਰੀਤ ਜੀ, ਕਿਤੇ ਨਾ ਕਿਤੇ ਅਜੀਤ ਜੀ ਸਹੀ ਗੱਲ ਕਰ ਰਹੇ ਹੈਗੇ ਆ ਕਿ ਭਾਵਨਾ ਲੋਕਾਂ ਦੇ ਮਨਾਂ ਦੇ ਵਿੱਚ ਹੋਣੀ ਚਾਹੀਦੀ ਹੈਗੀ ਹੈ। ਜਿਹੜੇ ਅਸਲ ਵਿੱਚ ਹਰਪ੍ਰੀਤ ਜੀ ਮੇਰੇ ਮੁਤਾਬਿਕ ਨਾ ਆਜ਼ਾਦੀ ਤੋਂ ਬਾਅਦ ਜਿਹੜੇ ਸਾਡੇ ਪੋਲੀਟੀਕਲ ਢਾਂਚਾ ਵਾ, ਪੋਲੀਟੀਕਲ ਸਿਸਟਮ ਹੈ, ਸਾਡੇ ਜਿਹੜੇ ਪੋਲੀਟੀਸ਼ੀਅਨ ਹੈ, ਸਾਡੇ ਜਿਹੜੇ ਲੀਡਰ ਹੈ, ਉਹਨਾਂ ਨੇ ਸਿਰਫ ਪੈਸਾ ਇਕੱਠੇ ਕਰਨ ਦੇ ਚੱਕਰ ਵਿੱਚ, ਸਿਰਫ ਆਪਣੀ ਕੁਰਸੀ ਬਚਾਉਣ ਦੇ ਚੱਕਰ ਦੇ ਵਿੱਚ ਕਈ ਏਦਾਂ ਦੇ ਡਿਸੀਜ਼ਨ ਲਏ ਹੈਗੇ ਆ ਜਿਨ੍ਹਾਂ ਨਾਲ ਕਿਤੇ ਨਾ ਕਿਤੇ ਲੋਕਾਂ ਦਾ ਸਰਕਾਰ ਦੇ ਪ੍ਰਤੀ ਜਿਹੜਾ ਵਿਸ਼ਵਾਸ ਸੀ ਉਹ ਘਟਿਆ ਵਾ।
ਜਿੱਦਾਂ ਹੁਣ ਇੱਕ ਕਾਲਰ ਨੇ ਫੋਨ ਕੀਤਾ, ਉਹ ਕਹਿੰਦੇ ਆ ਕਿ ਪਾਕਿਸਤਾਨ ਜਾਣਾ ਅਸੀਂ ਪਸੰਦ ਕਰਾਂਗੇ, ਅਸੀਂ ਹਿੰਦੁਸਤਾਨ ਨਾਲ ਆਉਣਾ ਨਹੀਂ ਪਸੰਦ ਕਰਾਂਗੇ। ਕੁਛ ਏਦਾਂ ਦੇ ਡਿਸੀਜ਼ਨ ਡੈਫੀਨੇਟਲੀ ਗਲਤ ਲਏ ਗਏ ਆ। ਲੋਕੀ ਕਦੀ ਵੀ ਦੇਸ਼ ਨੂੰ ਬੁਰਾ ਨਹੀਂ ਕਹਿੰਦੇ, ਦੇਸ਼ ਨੇ ਕਦੀ ਕਿਸੇ ਦਾ ਕੁਛ ਨਹੀਂ ਵਿਗਾੜਿਆ। ਹਰ ਬੰਦੇ ਨੂੰ ਆਪਣਾ ਦੇਸ਼, ਆਪਣੀ ਜਨਮ ਭੂਮੀ ਜਿੱਥੇ ਉਹਨੇ ਜਨਮ ਲਿਆ ਵਾ ਉਹ ਚੰਗਾ ਲੱਗਦਾ ਵਾ, ਮਨ ਦੇ ਵਿੱਚ ਸਤਿਕਾਰ ਹੁੰਦਾ। ਪਰ ਜਿਹੜੀਆਂ ਸਰਕਾਰਾਂ ਸੀਗੀਆਂ, ਜਿਹੜਾ ਪੋਲੀਟੀਕਲ ਸਿਸਟਮ ਸੀ, ਜਿਹੜੇ ਲੀਡਰ ਸੀਗੇ, ਕਿਤੇ ਨਾ ਕਿਤੇ ਉਹਨਾਂ ਤੋਂ ਕੁਛ ਏਦਾਂ ਦੀਆਂ ਗਲਤੀਆਂ ਹੋਈਆਂ ਵਾ ਜਾਂ ਉਹਨਾਂ ਨੇ ਡਿਸੀਜ਼ਨ ਗਲਤ ਲਏ ਆ, ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਜਿਹੜਾ ਸਤਿਕਾਰ ਜਾਂ ਇੱਕ ਜਿਹੜੀ ਰਿਸਪੈਕਟ ਦੇਸ਼ ਦੇ ਪ੍ਰਤੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਕੌਂਸਟੀਟਿਊਸ਼ਨ ਵਿੱਚ ਵੀ ਹੋ ਸਕਦਾ ਕੁਛ ਖਾਮੀਆਂ ਹੋਣ। ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਦੋਂ ਦੇਖਿਆ ਜਾਵੇ, ਮੈਂ ਦੋਸ਼ੀ ਜਿਹੜਾ ਹੈਗਾ ਵਾ ਉਹ ਪਹਿਲੇ ਨੰਬਰ ਤੇ ਸਰਕਾਰਾਂ ਨੂੰ, ਮੈਂ ਕੋਈ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਸੀਗੀਆਂ, ਮੈਂ ਪਹਿਲੇ ਨੰਬਰ ਤੇ ਉਹ ਜਿਹੜੇ ਸਾਰੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਦੋਸ਼ੀ ਠਹਿਰਾਵਾਂਗਾ। ਸਬਦੀਪ ਜੀ, ਇਸ ਰੂਲ ਦੇ ਲਾਗੂ ਹੋਣ ਦੇ ਨਾਲ ਮੈਂ ਚਾਹੂੰਗਾ ਤੁਸੀਂ ਅਜੀਤ ਜੀ ਦੀ ਗੱਲ ਦਾ ਜ਼ਰੂਰ ਜਵਾਬ ਦਿਓ। ਨਾਲ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੂੰਗਾ, ਜੋ ਇੱਕ ਨੈਸ਼ਨਲ ਤੇ ਐਂਟੀ ਨੈਸ਼ਨਲ ਦੀ ਡਿਬੇਟ ਸੀ, ਕਿਉਂਕਿ ਸੁਪਰੀਮ ਕੋਰਟ ਦਾ ਇਹ ਕਹਿਣਾ ਹੈ ਕਿ ਨਾਲ ਹੀ ਜੋ ਵੀ ਦਰਸ਼ਕ ਮੂਵੀ ਦੇਖਣਗੇ ਉਹ ਖੜੇ ਹੋਣਗੇ। ਕਿਤੇ ਨਾ ਕਿਤੇ ਉਹ ਮੁੱਦਾ ਜੋ ਗੋਆ ਦਾ ਇੱਕ ਇਨਸੀਡੈਂਟ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਇੱਕ ਅਪਾਹਿਜ ਵਿਅਕਤੀ, ਕਿਉਂਕਿ ਉਹ ਖੜਾ ਨਹੀਂ ਹੋ ਪਾਇਆ, ਉਹਦੀ ਕੁੱਟਮਾਰ ਕਰ ਦਿੱਤੀ ਗਈ। ਇਹ ਤੱਕ ਨਹੀਂ ਦੇਖਿਆ ਗਿਆ ਕਿ ਉਹ ਅਪਾਹਿਜ ਆ। ਤੇ ਕੀ ਨੈਸ਼ਨਲ ਤੇ ਐਂਟੀ ਨੈਸ਼ਨਲ ਦੀ ਡਿਬੇਟ ਇੱਕ ਵਾਰ ਫਿਰ ਤੋਂ ਵਾਪਸ ਆਊਗੀ? ਤੇ ਇੱਕ ਪਾਸੇ ਅਸੀਂ ਦੇਸ਼ ਭਗਤੀ ਵਧਾਉਣ ਦੀ ਗੱਲ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਵਾ ਕਿਤੇ ਨਾ ਕਿਤੇ ਜੇ ਨੈਸ਼ਨਲ ਤੇ ਐਂਟੀ ਨੈਸ਼ਨਲ ਦੀ ਡਿਬੇਟ ਵਾਪਸ ਆਉਂਦੀ ਆ ਤੇ ਦੇਸ਼ ਦੇ ਨਾਗਰਿਕਾਂ ਦੇ ਵਿੱਚ ਪਾੜ ਪੈਂਦਾ ਵਾ, ਨਾ ਕਿ ਦੇਸ਼ ਭਗਤੀ ਵੱਧਦੀ ਆ। ਹਰਪ੍ਰੀਤ ਜੀ, ਮੈਨੂੰ ਨਹੀਂ ਲੱਗਦਾ ਕਿ ਇਸ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਨੈਸ਼ਨਲ ਤੇ ਐਂਟੀ ਨੈਸ਼ਨਲ ਵਾਲੀ ਡਿਬੇਟ ਸਾਡੇ ਸਾਹਮਣੇ ਆ ਸਕਦੀ ਹੈ। ਵੈਸੇ ਤਾਂ ਇੱਕ ਸਵਾਲ ਇਹ ਵੀ ਉੱਠਦਾ ਕਿ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਕਿਤੇ ਵੀ ਉਸ ਤਰੀਕੇ ਦੇ ਨਾਲ ਨੈਸ਼ਨਲ ਤੇ ਐਂਟੀ ਨੈਸ਼ਨਲ ਸ਼ਬਦਾਂ ਦਾ ਕਿਤੇ ਵੀ ਇਸਤੇਮਾਲ ਨਹੀਂ ਕੀਤਾ ਗਿਆ। ਫਿਰ ਵੀ ਅਸੀਂ ਉਹਨਾਂ ਸ਼ਬਦਾਂ ਦਾ ਇਸਤੇਮਾਲ ਕਰ ਲੈਂਦੇ ਹਾਂ, ਕਿਉਂਕਿ ਸ਼ਬਦਾਂ ਨੂੰ ਉਹਨਾਂ ਦੇ ਸੰਕਲਪਾਂ ਨਾਲ ਹੀ ਜੋੜ ਕੇ ਦੇਖਣਾ ਚਾਹੀਦਾ। ਜਿਹੜੀ ਗੱਲ ਅਜੀਤ ਜੀ ਕਹਿ ਰਹੇ ਨੇ ਕਿ ਸਿਰਫ ਫੈਸਲੇ ਹੋਣ ਨਾਲ, ਰਾਸ਼ਟਰੀ ਗਾਨ ਸੁਣਾਏ ਜਾਣ ਦੇ ਨਾਲ ਦੇਸ਼ ਭਗਤੀ ਨਹੀਂ ਜਾਗਦੀ, ਮੇਰਾ ਖਿਆਲ ਮੈਨੂੰ ਇਹਦੇ ਤੇ ਵੱਖਰੇ ਤੌਰ ਤੇ ਜਵਾਬ ਦੇਣ ਦੀ ਜ਼ਰੂਰਤ ਨਹੀਂ, ਕਿਉਂਕਿ ਮੈਂ ਤਾਂ ਖੁਦ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਕਿ ਰਾਸ਼ਟਰੀ ਗੀਤ ਦੇਸ਼ ਭਗਤੀ ਜੇ ਨਹੀਂ ਜਾਗਦੀ ਤਾਂ ਸਵਾਲ ਇਹ ਪੈਦਾ ਹੁੰਦਾ ਕਿਉਂ ਨਹੀਂ ਜਾਗਦੀ। ਜੇ ਅਸੀਂ ਨੇਸ਼ਨ ਦੇ ਸੰਕਲਪ ਦੀ ਗੱਲ ਕਰੀਏ ਤਾਂ ਇਹ ਪੂੰਜੀਵਾਦ ਦੇ ਆਉਣ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਫੈਲ ਜਾਂਦਾ। ਪਰ ਬੜੀ ਦਿਲਚਸਪ ਗੱਲ ਇਹ ਹੈ ਕਿ ਨੇਸ਼ਨ ਦੇ ਨਾਲ ਜੁੜੀ ਨੈਸ਼ਨੈਲਿਟੀ ਦਾ ਸੰਕਲਪ, ਉਹਦੇ ਤੋਂ ਪੈਦਾ ਹੋਈ ਦੇਸ਼ ਭਗਤੀ ਨੂੰ ਪੂੰਜੀਵਾਦ ਨੇ ਹਮੇਸ਼ਾ ਇਸਤੇਮਾਲ ਕੀਤਾ ਆਪਣੇ ਹੱਕ ਦੇ ਵਿੱਚ। ਪਰ ਕਿਉਂਕਿ ਪੂੰਜੀਵਾਦ ਬੁਨਿਆਦੀ ਤੌਰ ਦੇ ਉੱਤੇ ਅਨਿਆਂਪੂਰਵਕ ਵਿਵਸਥਾ ਹੈ, ਇਹਦੇ ਵਿੱਚ ਅਮੀਰੀ ਤੇ ਗਰੀਬੀ ਦਾ ਪਾੜਾ ਦੁਨੀਆ ਵਧਣਾ ਹੀ ਵਧਣਾ ਹੁੰਦਾ ਹੈ। ਜੇ ਭਾਰਤ ਵਰਗੇ ਮੁਲਕ ਦੇ ਵਿੱਚ ਆ ਜਾਈਏ ਤਾਂ ਇੱਥੇ ਜਿਹੜਾ ਵਾ ਨੈਸ਼ਨੈਲਿਟੀ ਦਾ ਸਵਾਲ ਜਿਹੜਾ ਉਹ ਹਿੰਦੂਤਵ ਦੇ ਨਾਲ ਵੀ ਜੋੜ ਦਿੱਤਾ ਜਾਂਦਾ ਵਾ। ਜਦੋਂ ਕਿਸੇ ਨੂੰ ਖੜੇ ਨਾ ਹੋਣ ਦੀ ਸੂਰਤ ਦੇ ਵਿੱਚ ਕੁੱਟਮਾਰ ਕੀਤੀ ਜਾਏਗੀ ਤਾਂ ਮੈਂ ਸਮਝਦਾ ਉਹ ਦੇਸ਼ ਭਗਤੀ ਨਹੀਂ, ਉਹ ਇੱਕ ਤਰ੍ਹਾਂ ਦਾ ਫਾਸ਼ੀਵਾਦ ਲਾਗੂ ਕਰਨ ਵਾਲੀ ਗੱਲ ਆ ਕਿ ਤੁਸੀਂ ਆਪਣੇ ਵਿਚਾਰ ਕਿਸੇ ਦੇ ਉੱਤੇ ਠੋਸਣੇ ਚਾਹੁੰਦੇ ਆ। ਔਰ ਫਾਸ਼ੀਵਾਦ ਦੁਨੀਆ ਦੇ ਵਿੱਚ ਚਾਹੇ ਹਿਟਲਰ ਦਾ ਹੋਵੇ ਤੇ ਚਾਹੇ ਉਹ RSS ਦੀ ਸ਼ਕਲ ਦੇ ਵਿੱਚ ਮੋਦੀ ਦੇ ਰਾਜ ਦਾ ਹੋਵੇ ਜਾਂ ਕਿਸੇ ਦਾ ਵੀ ਹੋਵੇ, ਚਾਹੇ ਉਹ ਇੰਦਰਾ ਗਾਂਧੀ ਦੀ ਐਮਰਜੈਂਸੀ ਦੀ ਸ਼ਕਲ ਦੇ ਵਿੱਚ ਹੀ ਹੋਵੇ, ਭਾਰਤ ਦੇ ਲੋਕ ਉਹਨੂੰ ਕਦੇ ਵੀ ਸਵੀਕਾਰ ਨਹੀਂ ਕਰਦੇ। ਬੇਸ਼ੱਕ ਹਵਾ ਇੱਕ ਵਾਰੀ ਤੁਹਾਨੂੰ ਲੱਗਣ ਲੱਗ ਜਾਂਦੀ ਹੈਗੀ ਕਿ ਉਹਦੇ ਹੱਕ ਦੇ ਵਿੱਚ ਵਗ ਰਹੀ ਹੈ, ਪਰ ਇਨ ਪ੍ਰੈਕਟਿਸ ਹੌਲੀ ਹੌਲੀ ਤੁਹਾਨੂੰ ਸਭ ਨੂੰ ਉਹਦੇ ਤੋਂ ਪਿੱਛੇ ਹਟਣਾ ਪੈਂਦਾ। ਸਰਜੀਕਲ ਸਟ੍ਰਾਈਕ ਦਾ ਜਿਹੜੇ ਲੋਕ ਬਹੁਤ ਵੱਡਾ ਸਮਰਥਨ ਕਰਦੇ ਸੀ, ਮੇਰਾ ਨਹੀਂ ਖਿਆਲ ਅੱਜ ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਉਹਦਾ ਪ੍ਰਚਾਰ ਕਰਕੇ ਜਿਹੜਾ ਲਾਹਾ ਲੈਣ ਦਾ ਯਤਨ ਕੀਤਾ ਗਿਆ ਉਹ ਬੜਾ ਜਸਟੀਫਾਈਡ ਸੀ, ਪਰ ਉਦੋਂ ਹਰ ਕਿਸੇ ਨੂੰ ਜਸਟੀਫਾਈਡ ਲੱਗਦਾ ਸੀ। ਅੱਜ ਨੋਟਬੰਦੀ ਦੇ ਆਧਾਰ ਦੇ ਉੱਤੇ ਜਿਹੜੇ ਕੁਝ ਫੈਸਲੇ ਲਏ ਗਏ ਨੇ ਉਹਨਾਂ ਬਾਰੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਹਰ ਪੱਖੋਂ ਹੀ ਠੀਕ ਨੇ, ਪਰ ਉਹਨਾਂ ਨੂੰ ਇਸ ਗੱਲ ਦੇ ਉੱਤੇ ਵੀ ਇਤਰਾਜ਼ ਲੱਗ ਸਕਦਾ ਕਿ ਜੇ ਸਰਕਾਰ ਫੜੇ ਹੋਏ, ਛਾਪਾ ਮਾਰ ਕੇ ਫੜੇ ਹੋਏ ਪੈਸੇ ਚੋਂ ਵੀ 15% ਵਾਪਸ ਮੋੜਦੀ ਆ ਤਾਂ ਇਹਦੇ 'ਚ ਕੀ ਗਲਤ ਹੈ। ਹਾਲਾਂਕਿ ਦੁਨੀਆ ਦੇ ਵਿੱਚ ਜਿਹੜੀ ਚੀਜ਼ ਗੈਰ ਕਾਨੂੰਨੀ ਕਰਾਰ ਦਿੱਤੀ ਜਾਂਦੀ ਉਹਦੀ ਛਾਪਾਮਾਰੀ ਤੋਂ ਬਾਅਦ ਦੋਸ਼ੀ ਪਾਏ ਜਾਂਦੇ ਬੰਦੇ ਨੂੰ ਸਜ਼ਾ ਦਿੱਤੀ ਜਾਂਦੀ ਹੈ, ਨਾ ਕਿ ਉਹਨੂੰ 15% ਦਾ ਕੋਈ ਲਾਭ ਦਿੱਤਾ ਜਾਂਦਾ। ਮੇਰਾ ਨਹੀਂ ਖਿਆਲ ਏਦਾਂ ਹੁੰਦਾ, ਪਰ ਇਹ ਪਹਿਲੀ ਵਾਰ ਸਾਡੇ ਦੇਸ਼ ਦੇ ਵਿੱਚ ਹੋ ਰਿਹਾ। ਫਿਰ ਵੀ ਲੋਕਾਂ ਨੂੰ ਚੰਗਾ ਲੱਗਦਾ, ਹੋ ਸਕਦਾ 2 ਮਹੀਨੇ ਬਾਅਦ ਇਹ ਨਾ ਚੰਗਾ ਲੱਗੇ, ਕਿਉਂਕਿ ਉਦੋਂ ਤੱਕ ਸਾਡੇ ਕੋਲੇ ਅੰਕੜੇ ਵੀ ਆ ਜਾਣਗੇ। ਅਸਲ ਮੁੱਦਾ ਇਹ ਹੈ ਕਿ ਅਸੀਂ ਦੇਸ਼ ਭਗਤੀ ਨੂੰ ਲੈਣੇ ਕਿਵੇਂ ਆ।
ਮੇਰੇ ਮੁਤਾਬਕ ਦੇਸ਼ ਭਗਤੀ ਅੱਜ ਦੀ ਜ਼ਰੂਰਤ ਨਹੀਂ, ਦੇਸ਼ ਭਗਤੀ ਹਰ ਦੌਰ ਦੀ ਜ਼ਰੂਰਤ ਹੈ। ਔਰ ਦੇਸ਼ ਭਗਤੀ ਤਾਂ ਸ਼ਾਇਦ ਉਹਨਾਂ ਸਿਸਟਮਾਂ ਦੇ ਵਿੱਚ ਵੀ ਨਜ਼ਰ ਆਉਂਦੀ ਹੈ ਜਿਹੜੇ ਸਿਸਟਮਾਂ ਨੂੰ ਅਸੀਂ ਆਮ ਤੌਰ ਤੇ ਦੇਸ਼ ਭਗਤੀ ਦੇ ਵਿਰੋਧੀ ਸਿਸਟਮ ਕਹਿ ਦਿੰਦੇ ਹਾਂ। ਜਦੋਂ ਹਿਟਲਰ ਦੀ ਫਾਸ਼ੀਵਾਦੀ ਜੰਗ ਦੇ ਖਿਲਾਫ ਸੋਵੀਅਤ ਯੂਨੀਅਨ ਲੜਾਈ ਲੜ ਰਿਹਾ ਸੀ, ਜੇ ਤੁਸੀਂ ਉਸ ਦੌਰ ਦੇ ਸਾਹਿਤ ਨੂੰ ਪੜ੍ਹੋ, ਜੇ ਤੁਸੀਂ ਉਸ ਦੌਰ ਦੇ ਪੋਲੀਟੀਕਲ ਡਾਕੂਮੈਂਟ ਪੜ੍ਹੋ ਸੋਵੀਅਤ ਯੂਨੀਅਨ ਦੇ, ਤੇ ਉਹਨੂੰ ਉਹਨਾਂ ਨੇ ਵੀ ਦੇਸ਼ ਭਗਤਕ ਜੰਗ ਦਾ ਹੀ ਨਾਂ ਦਿੱਤਾ ਹੋਇਆ ਸੀ। ਹਾਲਾਂਕਿ ਸਾਰੀ ਦੁਨੀਆ ਦੇ ਲੋਕ ਜਿਹੜੇ ਲੋਕ ਪੂੰਜੀਵਾਦ ਦੇ ਹੱਕ ਦੇ ਵਿੱਚ ਨੇ, ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਸੁਚੇਤ ਜਾਂ ਅਚੇਤ ਦੇ ਤੌਰ ਦੇ ਉੱਤੇ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਕਿ ਸਮਾਜਵਾਦ ਨੂੰ ਮੰਨਣ ਵਾਲੇ ਲੋਕ ਖਰੇ ਐਂਟੀ ਨੇਸ਼ਨ ਹੁੰਦੇ ਨੇ, ਐਂਟੀ ਨੈਸ਼ਨਲ ਹੁੰਦੇ ਨੇ। ਉਹਨਾਂ ਦਾ ਜਿਹੜਾ ਕਮਾਂਤਰੀਵਾਦ ਆ ਖਰੇ ਉਹ ਦੇਸ਼ ਦੇ ਖਿਲਾਫ ਹੁੰਦਾ। ਹਾਲਾਂਕਿ ਕਮਾਂਤਰੀਵਾਦ ਉਸੇ ਤਰ੍ਹਾਂ ਦੇਸ਼ ਦੇ ਹਿੱਤ ਦੇ ਵਿੱਚ ਹੁੰਦਾ ਜਿਵੇਂ ਮਨੁੱਖਤਾ ਦੀ ਭਾਵਨਾ ਤੁਹਾਡੇ ਆਪਣੇ ਧਰਮ ਦੀ ਉਲੰਘਣਾ ਨਹੀਂ ਕਰਨ ਦੀ ਆਗਿਆ ਦਿੰਦੀ, ਤੁਹਾਨੂੰ ਆਪਣੇ ਧਰਮ ਦੀ ਆਪਣੀ ਆਸਥਾ ਦੀ ਪ੍ਰਵਾਨਗੀ ਦਿੰਦੀ ਹੈ। ਇਸੇ ਤਰ੍ਹਾਂ ਜਦੋਂ ਸਮਾਜਵਾਦ ਨਾਲ ਜੁੜੇ, ਕਮਿਊਨਿਜ਼ਮ ਨਾਲ ਜੁੜੇ ਲੋਕ ਕਮਾਂਤਰੀਵਾਦ ਦੀ ਗੱਲ ਕਰਦੇ, ਉਹਦਾ ਮਤਲਬ ਇਹ ਨਹੀਂ ਕਿ ਉਹ ਦੇਸ਼ ਭਗਤੀ ਦੇ ਖਿਲਾਫ ਹੋ ਜਾਂਦੇ, ਪਰ ਇਸ ਤਰ੍ਹਾਂ ਦੀਆਂ ਪਰਸੈਪਸ਼ਨਸ ਬਣ ਜਾਂਦੀਆਂ ਨੇ। ਔਰ मैं समझदा वां कि देश भगती बहुत जरूरी चीज़ है, पर देश भगती उही है ਜਿਹੜੀ ਤੁਹਾਡੇ ਅੰਦਰੋਂ ਜਾਗੇ। ਜੇ ਉਹ ਤੁਹਾਡੇ ਅੰਦਰੋਂ ਨਹੀਂ ਜਾਗ ਰਹੀ ਅਤੇ ਉਹਦੇ ਬਦਲ ਦੇ ਵਿੱਚ ਤੁਹਾਨੂੰ ਫਿਰ ਨਵੇਂ ਫੈਸਲੇ ਲੈਣੇ ਪੈਂਦੇ ਨੇ। ਅਮਰੀਕਾ ਨੂੰ ਇਹ ਫੈਸਲਾ ਲੈਣਾ ਪੈ ਗਿਆ ਕਿ ਉੱਥੇ ਪ੍ਰਗਟਾਵੇ ਦੀ ਆਜ਼ਾਦੀ ਹੈ, ਇਸ ਕਰਕੇ ਜੇ ਕੋਈ ਝੰਡੇ ਦਾ ਸਤਿਕਾਰ ਨਹੀਂ ਕਰਦਾ, ਜੇ ਕੋਈ ਕੌਮੀ ਗੀਤ ਦਾ ਸਤਿਕਾਰ ਨਹੀਂ ਕਰਦਾ ਤਾਂ ਇਹ ਉਹਦੀ ਪ੍ਰਗਟਾਵੇ ਦੀ ਆਜ਼ਾਦੀ ਹੈ। ਪਰ ਮੈਨੂੰ ਸ਼ੱਕ ਹੈ ਕਿ ਟਰੰਪ ਦੇ ਰਾਜ ਦੇ ਵਿੱਚ ਇਹ ਪ੍ਰਗਟਾਵੇ ਦੀ ਆਜ਼ਾਦੀ, ਝੰਡੇ ਦੀ ਤੋਹੀਨ ਵਾਲੇ ਪ੍ਰਗਟਾਵੇ ਦੀ ਆਜ਼ਾਦੀ ਬਚੀ ਰਹਿ ਸਕੇਗੀ ਕਿ ਨਹੀਂ। ਜੇ ਬਚੀ ਰਹਿ ਜਾਂਦੀ ਹੈ ਤਾਂ ਮੈਂ ਸਮਝਦਾ ਇਹ ਵੀ ਇੱਕ ਇਤਿਹਾਸਕ ਕਾਰਨਾਮਾ ਹੀ ਹੋਊਗਾ, ਪਰ ਮੈਨੂੰ ਸ਼ੱਕ ਹੈ ਕਿ ਟਰੰਪ ਦੇ ਰਾਜ ਦੇ ਵਿੱਚ ਇਹ ਭਾਵਨਾ ਬਚੀ ਰਹਿ ਜੂਗੀ ਜਿਹਨੂੰ ਹੁਣ ਤੱਕ ਅਮਰੀਕਾ ਪ੍ਰਗਟਾਵੇ ਦੀ ਆਜ਼ਾਦੀ ਕਹਿੰਦਾ ਆ ਰਿਹਾ। ਦਿਲਰਾਜ ਸਿੰਘ ਜੀ ਤੇ ਅਜੀਤ ਜੀ, ਮੈਂ ਵੀ ਚਾਹੂੰਗਾ ਤੁਸੀਂ ਮੇਰੇ ਇਸ ਸਵਾਲ ਦਾ ਜ਼ਰੂਰ ਜਵਾਬ ਦਿਓ ਕਿ ਜੇ ਰਾਸ਼ਟਰੀ ਗਾਨ ਜਦੋਂ ਪਲੇ ਹੋਊਗਾ ਨਾਲ ਹੀ ਸੁਪਰੀਮ ਕੋਰਟ ਦੇ ਨਿਰਦੇਸ਼ ਨੇ ਕਿ ਖੜੇ ਹੋਇਆ ਜਾਏ, ਪਰ ਸਾਨੂੰ ਜੇ ਅਸੀਂ ਦੇਖੀਏ ਤੇ ਇਸ ਮਾਮਲੇ ਤੇ ਪਹਿਲਾਂ ਵੀ ਕਈ ਵਾਰ ਵਿਵਾਦ ਹੋ ਚੁੱਕਿਆ ਵਾ ਤੇ ਕਿਤੇ ਨਾ ਕਿਤੇ ਜੋ ਲੋਕ ਨਾ ਖੜੇ ਹੋਣ ਦਾ ਫੈਸਲਾ ਕਰਨਗੇ ਜਾਂ ਜੋ ਲੋਕ ਟਵਿੱਟਰ ਜਾਂ ਫੇਸਬੁੱਕ ਤੇ ਇਹਦਾ ਵਿਰੋਧ ਕਰ ਰਹੇ ਆ, ਕਿਤੇ ਨਾ ਕਿਤੇ ਨੈਸ਼ਨਲ ਜਾਂ ਐਂਟੀ ਨੈਸ਼ਨਲ ਦੀ ਗੱਲ ਫਿਰ ਤੋਂ ਇੱਕ ਵਾਰ ਸੁਰਖੀਆਂ ਫੜੂਗੀ ਜਾਂ ਉਹਨਾਂ ਲੋਕਾਂ ਨੂੰ ਐਂਟੀ ਨੈਸ਼ਨਲ ਕਹਿ ਕੇ ਬੁਲਾਇਆ ਜਾਊਗਾ। ਬਿਲਕੁਲ ਹੱਕੀ ਦੀ ਗੱਲ ਤੇ ਜ਼ਰੂਰ ਸਾਹਮਣੇ ਆਏਗੀ, ਔਰ ਸਾਹਮਣੇ ਇਸ ਕਰਕੇ ਆਏਗੀ ਕਿ ਕੁਝ ਲੋਕ ਜਿਹੜੇ ਇਸ ਆਧਾਰ ਦੇ ਉੱਤੇ ਆਪਣੇ ਆਪ ਨੂੰ ਜ਼ਿਆਦਾ ਨੈਸ਼ਨਲਿਸਟ ਕਹਾਉਣ ਦੀ ਕੋਸ਼ਿਸ਼ ਕਰਨਗੇ, ਉਹ ਇਸ ਗੱਲ ਨੂੰ ਚੁੱਕਣਗੇ। ਹੁਣ ਜੇ ਕੇ ਖੜੇ ਹੋਣਾ ਪਵੇਗਾ, ਇਸ ਕਰਕੇ ਇਹ ਸਵਾਲ ਹੀ ਨਹੀਂ ਉੱਠਦਾ ਕਿ ਕੋਈ ਨਾ ਖੜਾ ਹੋਵੇ। ਮੈਂ ਉਹੀ ਕਹਿਣਾ ਕਿ ਜੇ ਕਿਸੇ ਅਪਾਹਜ ਬੰਦੇ ਨੂੰ ਵੀ ਕੁੱਟਿਆ ਜਾ ਸਕਦਾ ਬਿਨਾਂ ਪਤਾ ਕੀਤਿਆਂ ਕਿ ਤੂੰ ਕਿਉਂ ਨਹੀਂ ਖੜਾ ਹੋਇਆ ਹੈਗਾ, ਤਾਂ ਉੱਥੇ ਕਿਹੋ ਜਿਹੀ ਮਾਨਸਿਕਤਾ ਲੋਕਾਂ ਦੀ ਬਣੀ ਹੋਈ ਹੈ ਉਸ ਚੀਜ਼ ਦਾ ਭਲੀ ਭਾਂਤ ਅੰਦਾਜ਼ਾ ਲੱਗ ਸਕਦਾ ਹੈ। ਤੇ ਫਿਰ ਉਸ ਹਾਲਾਤ ਦੇ ਵਿੱਚ ਜਦੋਂ ਇੱਕ ਸੁਪਰੀਮ ਕੋਰਟ ਦੇ ਵੱਲੋਂ ਵੀ ਇਹ ਆਦੇਸ਼ ਆ ਜਾਏ ਕਿ ਖੜੇ ਹੋਣਾ ਚਾਹੀਦਾ ਹੈ, ਤਾਂ ਇਸ ਆਦੇਸ਼ ਦਾ ਮਿਸਯੂਜ਼ ਜ਼ਰੂਰ ਹੋਏਗਾ। ਔਰ ਮਿਸਯੂਜ਼ ਦਾ ਭਾਵ ਮੇਰਾ ਇਹ ਹੈ ਕਿ ਕੁਝ ਲੋਕ ਤਾਂ ਇਹ ਹੋਣਗੇ ਕਿ ਉਹ ਕਿਸੇ ਮਜਬੂਰੀ ਕਰਕੇ ਖੜੇ ਨਹੀਂ ਹੋ ਸਕਦੇ, ਪਰ ਕੁਝ ਲੋਕ ਇਹੋ ਜਿਹੇ ਵੀ ਹੋਣਗੇ ਜਿਹੜੇ ਇਹ ਸੋਚਣਗੇ ਕਿ ਜੇ ਅਸੀਂ ਕੋਈ ਕਾਰਨ ਹੋਰ ਵੀ ਹੋ ਸਕਦਾ ਹੈ, ਜ਼ਰੂਰੀ ਨਹੀਂ ਅਪਾਹਜ ਹੋਣ, ਤਾਂ ਉਹਨਾਂ ਨੂੰ ਉਭਾਰ ਕੇ ਕਿ ਇਹ ਲੋਕ ਐਂਟੀ ਨੈਸ਼ਨਲ ਨੇ, ਇਹ ਕਿਉਂ ਨਹੀਂ ਖੜੇ ਹੁੰਦੇ, ਆਪਣੀ ਨੈਸ਼ਨੈਲਿਟੀ ਦਾ ਜਾਂ ਆਪਣੀ ਦੇਸ਼ ਭਗਤੀ ਦਾ ਵੱਧ ਢਿੰਡੋਰਾ ਪਿੱਟੇ ਜਾਣ ਦੀ ਜਿਹੜੀ ਸੰਭਾਵਨਾ ਉਹ ਜ਼ਰੂਰ ਬਣ ਜਾਏਗੀ। ਮੈਂ ਭਾਵੇਂ ਜਿਵੇਂ ਕਿਹਾ ਜਾਂਦਾ ਕਿ ਸੁਪਰੀਮ ਕੋਰਟ ਦਾ ਆਦੇਸ਼ ਜਿਹੜਾ ਹੈਗਾ ਸਰਵਉੱਚ ਹੁੰਦਾ, ਪਰ ਮੈਨੂੰ ਲੱਗਦਾ ਕਿ ਸਰਵਉੱਚ ਅਦਾਲਤ ਵੀ ਸ਼ਾਇਦ ਪਤਾ ਨਹੀਂ ਕਿਸ ਭਾਵਨਾ ਦੇ ਥੱਲੇ ਕਈ ਵਾਰ ਇਹੋ ਜਿਹੇ ਫੈਸਲੇ ਦਿੰਦੇ ਨੇ ਜਿਹੜੇ ਕਈ ਵਾਰੀ ਉਹਨਾਂ ਦੇ ਅੱਗੇ ਜਾ ਕੇ ਇਹੋ ਜਿਹੇ ਨਤੀਜੇ ਹੋਣਗੇ ਕਿ ਉਹ ਸਮਾਜ ਨੂੰ, ਲੋਕਾਂ ਨੂੰ ਆਪਸ ਵਿੱਚ ਤੂਫਾਨ ਕਰ ਸਕਦੇ ਨੇ, ਇੱਕ ਨਹੀਂ ਕਰ ਸਕਦੇ। ਸੋ ਮੈਨੂੰ ਇਹ ਫੈਸਲਾ ਕੋਈ ਇਹੋ ਜਿਹਾ ਨਹੀਂ ਲੱਗਿਆ ਜਿਹੜਾ ਲੋਕਾਂ ਦੀ ਆਪਸ ਚ ਜਿਹੜੀ ਹਮਦਰਦੀ, ਇਕਜੁੱਟਤਾ ਵਧਾਉਣ ਚ ਸਹਾਈ ਹੋਣ ਵਾਲਾ। ਦਿਲਰਾਜ ਸਿੰਘ ਜੀ ਬਿਲਕੁਲ ਹਰਪ੍ਰੀਤ ਜੀ, ਮੇਰੇ ਖਿਆਲ ਨਾਲ ਲੋਕਾਂ ਨੂੰ ਵੀ ਥੋੜਾ ਜਿਹਾ ਸਮਝਦਾਰ ਬਣਨਾ ਪਏਗਾ, ਲੋਕਾਂ ਨੂੰ ਵੀ ਸੋਚਣਾ ਪਏਗਾ
कि इदा मार कुटाई के नाल या जबरदस्ती करन दे नाल किसी के मन के अंदर देश भगती पैदा की जा सकती है कि नहीं की जा सकती। तुसी जिहड़ी एग्जाम्पल दी गोवा दे विच ये कोई पहला इंस्टेंस नहीं है। मेरे ख्याल नाल जे आपां 6-7-8 महीने पहले जाइए, 1 साल पहले जाइए, एक पुणे दे विच शायद एक फैमिली नूं इदां ही कीता गया सी, मार कुट कीती गई। उस तो बाद जदों लोकां ने इतराज कीता ते थिएटर दी जिहड़ी मैनेजमेंट सीगी उन्हां ने फैमिली नूं मूवी देखण तो मना करता तो थिएटर तो बाहर कर दिता। इदां दी अनेक एग्जाम्पल सानूं मिल जाणगियां। लोकां नूं भी किते ना किते मैनूं लगदा पर्सनल तौर ते कि समझना पएगा कि जिहड़ी देश भगती हैगी वो अंदरों जागदी है, जबरदस्ती कभी भी पैदा नहीं की जा सकती। जे लोकी भी समझणगे तो सरकारां भी सही ढंग दे नाल लोकां 'च अवेयरनैस करनगियां। हुण सुप्रीम कोर्ट की जिहड़ी रूलिंग हैगी है जबरदस्ती उहदे विच भी किते नहीं हैगी, पर जदों तक लोकी अपने आप विच नहीं समझदे उदों तक मैं नहीं समझदा कि इस चीज़ का हल निकल सकता है। समा होर इजाजत नहीं दिंदा कि इस गलबात नूं जारी रखिए। उम्मीद करते हैं तुहानूं साडी अज दी कोशिश पसंद आई होगी। इतिहासिक फैसला है, सवाल बहुत उठणगे। हो सकदा कि इस फैसले नूं एक बार फिर तो सुप्रीम कोर्ट दे विच चैलेंज भी कीता जावे। जे फिल्मां दी ही गल करनी सी, मेरे ख्याल सुप्रीम कोर्ट नूं उदों ऑब्जेक्शन लैनी चाहिदी सी जदों कई पिक्चरां नूं कई सब्जेक्ट्स के उत्ते पिक्चरां बनाउण तो रोक ला दित्ती जांदी है। जे यूएस की गल करिए, यूएस दे विच इदां दी अनगिनत पिक्चरां बन चुकियां ने जो कि यूएस गवर्नमेंट दा विच होए यूएस गवर्नमेंट दे विच होए कई गल्लां नूं गलत गल्लां नूं भी पर्दे ते विखाया गया वा। पर जे इदां दा सेम चीज असी इंडिया च करनी चाहिए तो शायद सानू इजाजत नहीं मिलूगी। जे सुप्रीम कोर्ट ने फिल्मां दे उत्ते कोई फैसला देना सी, जिदन पंजाब दे विच एक ड्रग दे उत्ते मूवी बनाई जा रही सी उड़ता पंजाब, उस पिक्चर दे बारे मैं उस पिक्चर बनाउण दे या ना बनाउण दे उस सब्जेक्ट नहीं पैना चाहुंदा, पर उस मूवी नूं रिलीज होण दे बारे जिन्ने कट लाउण दी गल कीती गई सी शायद उंदों गल करनी चाहिदी सी। थोड़ी जी होर मैं तुहाडी जानकारी वास्ते इंडियन आर्मी, इंडियन एयरफोर्स, इंडियन नेवी ते BSF भारत सिक्योरिटी फोर्सेज डिफेंस दियां लगभग जिन्नियां क इंडिया दे विच एजेंसीज ने, CRPF ला के पैरामिलिटरी फोर्स ला लो और जिन्नियां भी ला लियो, अज सारियां स्ट्रगल कर रही ने कि इंडियन यूथ उन्हां नूं ज्वाइन नहीं करना चाहुंदा कि फिल्मां विच गाने फिल्मां विच नैशनल एंथम बजा के असी यूथ नूं मोटिवेट कर पावांगे या फिर जिहड़ी ये स्ट्रगल इंडियन आर्मी या इंडियन नेवी या इंडियन डिफेंस सर्विसेज पिछले 5-10 साल तो कर रही ने वो स्ट्रगल होर वध जूगी। उम्मीद करते हैं तुहानूं साडी अज दी कोशिश पसंद आई होगी। इत्थे असीं लैंदे हां छोटी जी ब्रेक तो बाद फिर हाजिर हुंदे हां। जनगण मन अधिनायक जय हे भारत भाग्य विधाता, पंजाब सिंधु गुजरात मराठा द्राविड उत्कल बंगा, विंध्य हिमाचल यमुना गंगा उच्छल जलधि तरंगा, तव शुभ नामे जागे तव शुभ आशीष मागे, गाहे तव जय गाथा, जनगण मंगलदायक जय हे भारत भाग्य विधाता, जय हे जय हे जय हे जय 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 हे, अहरह तव आह्वान प्रचारित सुनि तव उदार वाणी, हिंदू बौद्ध सिख जैन पारसिक मुसलमान क्रिस्तानी, पूरब पश्चिम आसे तव सिंहासन पासे, प्रेम हार हय गाथा, जनगण ऐक्य विधायक जय हे भारत भाग्य विधाता, जय हे जय हे जय हे जय 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 हे, पतन
पंथा युग युग धावित यात्री तुम चिर सारथि तव रथ चक्रे मुखरित पथ दिन रात्रि दारुण विप्लव माजे तव शंख ध्वनि बाजे संकट दुख त्राता जनगण पथ परिचायक जय हे भारत भाग्य विधाता जय हे जय हे जय हे जय 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 हे घोर तिमिर घन निबिड़ निशीथे पीडित मूर्छित देशे जागृत छिल तव अविचल मंगल नत नयने अनिमेषे दुस्वप्ने आतंके रक्षा करिले अंके स्नेहमयी तुमि माता जनगण दुख त्रायक जय हे भारत भाग्य विधाता जय हे जय हे जय हे जय 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 हे रात्र प्रभातिल उदिल रवि छवि पूर्व उदय गिरि भाले गाहे विहंगम पुण्य समीरण नव जीवन रस ढाले तव करुणारुण रागे निद्रित भारत जागे तव चरणे नत माथा